बंधन पद पंकज बंदन सिमरो अंगद दोख निकंदन अमरदास गुर हिरदै त्याओ हिरदै त्याओ श्री गुरु रामदास गुण गावो श्री अर्जन विगनन के विगनन के नाशक हर गोविंद शुभ सुमत प्रकाशिक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला जी परम कृपाला श्री गुरु गोविंद सिंह विशाला तरों तरा तर पुन पुन शीस जी पुन पुन शीस बंदों बार बार जगदीश जिसमें अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकारा सतगुरु तेह प्रसाद सच होए वाहिगुरु जी की फतेह विघ्न विनाशन वाहिगुरु जी की फतेह विघ्न विनाशन सोए। दोनों सिख पंथ चल परे सतगुर बीच पिंजरे थिरे मुख प्रशन एक रस दुत पावै हर एक सोग ते नह डुलावै। परम सन्मानयोग चवर छत्र तखत दे मालिक ज़ाहरा ज़हूर हाज़र हजूर सर्व कला भरपूर सतगुरु साहिब श्री गुरु ग्रंथ साहिब जी महाराज सतगुरु जी की पावन पवित्र हजूरी अंदर उपस्थित होए गुरु सवारे गुरु प्यारे सतसंगी जनों आओ महाराज जी की अपार कृपा सहित संध्या वेले दे पावन पवित्र दीवाना की प्रारंभता करिए। गुरु इतिहास की लड़ीवार कथा सतगुरु जी के न पवित्र स्थानों ते जो हुंदी है चलदी आ रही लड़ी तहत कुछ समा महाराज के जीवन वृतांतां नाल जुड़न दा आपां यतन करते हाँ। प्रथम महाराज तो आग्ञा लईए रसना पवित्र करनी जी गुरफतेह नाल सांझ पाओ फतेह पुरवानो। वाहिगुरु जी का खालसा वाहिगुरु जी की फतेह। कल ने दीवाना अंदर जिथे संपन्नता हुई सतगुरु श्री गुरु तेग बहादुर साहब जी महाराज जिन्होंने समय के हुक्मरान बादशाह औरंगजेब ने दिल्ली की धरती ते लोहे के पिंजरे की कैद पाया होया है बहुत कष्ट दिता जा रहा है सख्त पहरे लाए हुए हैं। ये सब कुछ होने के बावजूद महाराज एक अपने आनंद विच अपनी बख्शिश आप अपनी मौज विच टिके हुए ने। भाई संतोख सिंह साहब जी जिक्र करते हैं सतगुरु बीच पिंजरे थिरे मुख प्रसन्न एक रस दुत पावै। भावें कि शरीर नूं कष्ट दिता जा रहा जिस पिंजरे के अंदर महाराज जी नूं कैद पाया होया सी उस पिंजरे का आकार भी इतना कु है कि उहदे अंदर सतगुरु श्री गुरु तेग बहादुर महाराज जी सीधे खड़े भी नहीं हो सकते।
ਮਹਾਰਾਜ ਜੀ ਕੇ ਸਰੀਰ ਦੇ ਆਕਾਰ ਤੋਂ ਛੋਟਾ ਪਿੰਜਰਾ ਤਿਆਰ ਕਰਕੇ ਲੋਹੇ ਦਾ, ਉਹਦੇ ਵਿੱਚ ਤਿੱਖੇ ਕਿੱਲ ਲਾ ਕਰਕੇ ਉਹਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਕੈਦ ਕੀਤਾ ਹੋਇਆ। ਕੇਵਲ ਇਸ ਲਈ ਕਿ ਅਤਿਅੰਤ ਕਸ਼ਟ ਦੇਵੋ, ਤਾਂ ਜੋ ਸਰੀਰਕ ਪੀੜਾ ਤੋਂ ਵਿਆਕੁਲ ਹੋ ਕਰਕੇ ਸਾਡੀ ਬਾਤ ਮੰਨਣ ਦੇ ਲਈ ਤਿਆਰ ਹੋ ਜਾਣ। ਕਿਉਂਕਿ ਮਹਾਰਾਜ ਕੀ ਜੋ ਸੁਰਤ ਹੈ ਉਹ ਸਰੀਰਕ ਪੀੜਾ ਤੋਂ ਕਿਤੇ ਅਗਾਂਹ ਹੈ, ਨਾਮ ਰਸ ਦੇ ਅੰਦਰ ਹੈ। ਮੁਖ ਪ੍ਰਸੰਨ ਇਕ ਰਸ ਦੁੱਤ ਪਾਵੈ, ਹਰਖ ਸ਼ੋਕ ਤੇ ਨਾਹਿ ਨਾ ਡੁਲਾਵੈ। ਇਤਨੇ ਕਸ਼ਟ ਦੇਣ ਦੇ ਬਾਵਜੂਦ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਸੇ ਤਰ੍ਹਾਂ ਹੀ ਇੱਕ ਰਸ ਆਪਣੀ ਮੌਜ ਦੇ ਅੰਦਰ ਟਿਕੇ ਰਹੇ ਹਨ। ਉਹਨਾਂ ਦੁੱਖਾਂ ਦਾ ਜੋ ਭੈ ਹੈ, ਜਾਂ ਇਉਂ ਕਹਿ ਲਈਏ ਜਿਹੜੀ ਪੀੜਾ ਹੈ, ਮਹਾਰਾਜ ਜੀਆਂ ਨੇ ਰੰਚਕ ਮਾਤਰ ਵੀ ਆਪਣੇ ਮੁਖ ਤੇ ਪ੍ਰਗਟ ਨਹੀਂ ਹੋਣ ਦਿੱਤੀ। ਰੂਹਾਨੀਅਤ ਉਸੇ ਤਰ੍ਹਾਂ ਹੀ ਦਿਸ ਰਹੀ ਹੈ ਜੀ। ਕੇਤਿਕ ਦਿਓ ਸਿਸ ਭਾਂਤ ਬਿਤਾਏ। ਕੁਝ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਇਸੇ ਤਰ੍ਹਾਂ ਹੀ ਰੋਜ਼ ਕਸ਼ਟ, ਅਤਿਅੰਤ ਕਸ਼ਟ। ਸੋ ਇਸ ਵਿਧ ਕਈ ਦਿਨ ਜਿਹੜੇ ਬਤੀਤ ਹੋ ਗਏ ਹਨ। ਤਬ ਚੌਗਤਾ ਕੋਪ ਉਪਾਏ। ਫਿਰ ਇੱਕ ਦਿਨ ਔਰੰਗਜ਼ੇਬ, ਜੋ ਕਿ ਹੁਣ ਸਮੇਂ ਦਾ ਹੁਕਮਰਾਨ ਬਾਦਸ਼ਾਹ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਇਧਰ ਕੈਦ ਵਿੱਚ ਹਨ। ਇਹ ਸਭ ਕੁਝ ਹਾਲ ਮਾਲੂਮ ਕਰਕੇ ਤੇ ਫਿਰ ਕ੍ਰੋਧਿਤ ਹੁੰਦਾ ਹੈ। ਮੋਰ ਮਨੋਰਥ ਸਿੱਧ ਨਾ ਹੋਆ। ਕ੍ਰੋਧਿਤ ਹੋ ਕਰਕੇ ਕਹਿਣ ਲੱਗਾ ਵੀ ਮੇਰਾ ਜੋ ਮਨੋਰਥ ਸੀ, ਜਿਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਕਸ਼ਟ ਦਿੱਤਾ ਗਿਆ ਹੈ, ਕੈਦ ਪਾਇਆ ਗਿਆ, ਉਹ ਤੇ ਸਿੱਧ ਹੋਇਆ ਹੀ ਨਹੀਂ। ਕਿਉਂਕਿ ਨਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਰਾਮਾਤ ਵਿਖਾਉਣ ਲਈ ਰਾਜੀ ਹੋਏ ਨੇ, ਤੇ ਨਾ ਹੀ ਧਰਮ ਤਬਦੀਲ ਕਰਨ ਦੇ ਲਈ। ਇਸ ਕਰਕੇ ਜੋ ਸਾਡਾ ਮਨੋਰਥ ਹੈ ਉਹ ਤੇ ਪੂਰਾ ਨਹੀਂ ਹੋਇਆ ਹੈ। ਨਹੀਂ ਸਰਾਮੈ ਸਭ ਜਗ ਜੋਆ। ਤੇ ਸਾਰੇ ਜਗਤ ਨੂੰ ਤੇ ਇਸ ਇਸਲਾਮ ਦੀ ਸ਼ਰ੍ਹਾ ਵਿੱਚ ਲਿਆਉਣਾ ਹੀ ਕੀ ਹੈ। ਸਾਡੇ ਤੋਂ ਤੇ ਅਜੇ ਤੱਕ ਇੱਕ ਹੀ ਮਨੁੱਖ ਸ਼ਰ੍ਹਾ ਵਿੱਚ ਨਹੀਂ ਆਇਆ। ਕਿਉਂਕਿ ਜੇ ਗੁਰੂ ਤੇਗ ਬਹਾਦਰ ਮਹਾਰਾਜ ਸ਼ਰ੍ਹਾ ਵਿੱਚ ਆਉਣ, ਇਸਲਾਮ ਕਬੂਲ ਕਰਨ, ਤੇ ਫਿਰ ਬਾਕੀ ਸਭ ਜਿਤਨੇ ਵੀ ਹਨ ਉਹਨਾਂ ਨੇ ਇਹ ਬਾਦਸ਼ਾਹ ਨੂੰ ਗਵਾਹੀ ਦਿੱਤੀ ਹੋਈ ਹੈ ਵੀ ਅਸੀਂ ਸਾਰੇ ਆਪਣੇ ਆਪ ਸ਼ਰ੍ਹਾ ਦੀ ਕਬੂਲ ਕਰਾਂਗੇ। ਸੋ ਜਿਨ੍ਹਾਂ ਨੂੰ ਕੈਦ ਕੀਤਾ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੂੰ ਕਸ਼ਟ ਦਿੱਤੇ ਜਾ ਰਹੇ ਹਨ, ਅਜੇ ਉਹ ਇਸ ਸ਼ਰ੍ਹਾ ਵਿੱਚ ਨਹੀਂ ਆਏ ਹਨ। ਸਭ ਹਿੰਦੁਨ ਕੋ ਗੁਰੂ ਕੀ ਵਾਰਾ। ਹੁਣ ਇਹ ਜਿਤਨੇ ਵੀ ਹਿੰਦੂ ਹਨ ਹਿੰਦੁਸਤਾਨ ਦੇਸ਼ ਦੇ ਅੰਦਰ, ਜਿਹੜੇ ਤਿਲਕ ਲਾਉਂਦੇ ਹਨ, ਜੰਝੂ ਪਾਉਂਦੇ ਹਨ, ਆਪਣੇ ਧਰਮ ਦੀ ਰਹਿਤ ਬਹਿਤ ਰੱਖਦੇ ਹਨ, ਉਹਨਾਂ ਲਈ ਤੇ ਇਹ ਮਾਨੋ ਦੀਵਾਰ ਬਣ ਕੇ ਖੜ ਗਏ ਨੇ। ਜਦੋਂ ਤੱਕ ਇਹ ਇਸ ਧਰਮ ਨੂੰ ਪ੍ਰਵਾਨ ਨਹੀਂ ਕਰਦੇ, ਜੋ ਵਚਨ ਹੋਏ ਹਨ, ਜਿਹੜੀ ਬਾਤ ਹੋਈ ਹੈ, ਫਿਰ ਉਹ ਬਾਕੀ ਵੀ ਇਸ ਧਰਮ ਅੰਦਰ ਨਹੀਂ ਹੋਣਗੇ। ਇਸ ਲਈ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਇਸ ਧਰਮ ਦੇ ਅੰਦਰ, ਸਾਡੇ ਇਸਲਾਮ ਧਰਮ ਵਿੱਚ ਲਿਆਉਣਾ ਅਤ ਲਾਜ਼ਮੀ ਹੈ ਜੀ। ਸੋ ਅਰ ਰਹਿਓ ਨਾ ਭਾ ਅਨੁਸਾਰ। ਹੁਣ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਇਸ ਕਾਰਜ ਦੇ ਵਿੱਚ ਜਿੱਥੇ ਆ ਕਰਕੇ ਦ੍ਰਿੜ ਨਿਸ਼ਚਾ ਕਰਕੇ ਬੈਠ ਗਏ ਨੇ, ਸਮਝੋ ਬਾਦਸ਼ਾਹ ਲਈ ਇਹ ਬਹੁਤ ਮੁਸ਼ਕਲ ਹੋ ਗਈ ਹੈ। ਕਿਉਂਕਿ ਜਦੋਂ ਤੱਕ ਗੁਰੂ ਤੇਗ ਬਹਾਦਰ ਮਹਾਰਾਜ ਇਹ ਧਰਮ ਨੂੰ ਧਾਰਨ ਨਹੀਂ ਕਰਦੇ, ਕੋਈ ਵੀ ਨਹੀਂ ਕਰੇਗਾ, ਤੇ ਮਹਾਰਾਜ ਬਾਦਸ਼ਾਹ ਅਨੁਸਾਰੀ ਹੋਣਗੇ ਨਹੀਂ। ਸੋ ਉਹਦੇ ਲਈ ਇਹ ਅਤਿਅੰਤ ਕਠਨ ਹੋ ਗਿਆ ਹੈ ਜੀ। ਇਮ ਚਿਤਵਤ ਚਿਤ ਮੈਂ ਚੌਗਤਾ। ਫਿਰ ਇਸ ਵਿਧ ਨਾ ਇਹ ਜਿਹੜਾ ਦੁਸ਼ਟ ਬਾਦਸ਼ਾਹ ਹੈ ਔਰੰਗਜ਼ੇਬ, ਆਪਣੇ ਚਿੱਤ ਵਿੱਚ ਕੁਝ ਵਿਚਾਰਾਂ ਹੋਰ ਸੋਚਦਾ ਹੈ ਜੀ। ਭਰਿਓ ਲੋ ਪਿੰਜਰ ਦੁਖ ਅਤਾ। ਇਹ ਵੀ ਵੇਖ ਰਿਹਾ ਹੈ ਵੀ ਕਿਤਨੇ ਦਿਨਾਂ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਪਾਇਆ ਹੋਇਆ, ਦੁੱਖ ਦਿੱਤਾ ਜਾ ਰਿਹਾ, ਭੁੱਖ ਦਿੱਤੀ ਜਾ ਰਹੀ ਹੈ, ਸਿਪਾਹੀਆਂ ਵੱਲੋਂ ਕਠਨ ਪਹਿਰੇ ਲਾਏ ਗਏ ਨੇ। ਫਿਰ ਵੀ ਮਹਾਰਾਜ ਇਹ ਆਪਣਾ ਧਰਮ ਤਬਦੀਲ ਕਰਨ ਲਈ ਜਾਂ ਸਾਡੀ ਬਾਤ ਮੰਨਣ ਲਈ ਤਿਆਰ ਨਹੀਂ ਹਨ। ਪਠੋ ਮੁਲਾਨੇ ਅਬ ਬੁਝਵਾਵੋ। ਫਿਰ ਸੋਚਦਾ ਹੈ ਵੀ ਚਲੋ ਕਈ ਦਿਨ ਬਤੀਤ ਹੋ ਗਏ ਨੇ, ਹੁਣ ਆਪਣੇ ਇੱਕ ਦੋ ਐਲਕਾਰ ਹੋਰ ਮੁਲਾਣੇ ਜਿਹੜੇ ਹਨ, ਜੋ ਇਹਦੀ ਸਭਾ ਵਿੱਚ ਬੈਠਦੇ ਹਨ ਮੁਖੀ, ਉਹਨਾਂ ਨੂੰ ਬੁਲਾਇਆ ਜਾਵੇ ਤੇ ਅੱਜ ਫਿਰ ਆਪਣਾ ਜਿਹੜਾ ਸੁਨੇਹਾ ਹੈ ਗੁਰੂ ਤੇਗ ਬਹਾਦਰ ਤੱਕ ਇੱਕ ਵਾਰ ਫਿਰ ਭੇਜਿਆ ਜਾਵੇ। ਮੁਲਾਣਿਆਂ ਨੂੰ ਆਪਣੇ ਪਾਸ ਬੁਲਾਉਂਦਾ ਹੈ ਜੀ। ਮਾਨੈ ਸਰਾ ਦੀਨ ਮੈਂ ਲਿਆਵੋ। ਤੇ ਬੁਲਾ ਕਰਕੇ ਉਹਨਾਂ ਨੂੰ ਇਹ ਬਾਤ ਕਹੀ ਕਿ ਇੱਕ ਵਾਰ ਫਿਰ ਜਾਓ ਗੁਰੂ ਤੇਗ ਬਹਾਦਰ ਮਹਾਰਾਜ ਕੇ ਪਾਸ ਮਨਾਓ। ਇੱਕ ਵਾਰ ਕਹਿ ਕਰਕੇ ਉਹਨਾਂ ਨੂੰ ਕਹੋ
ਕਿ ਉਹ ਸਾਡੇ ਇਸ ਧਰਮ ਦੇ ਅੰਦਰ, ਇਸਲਾਮ ਧਰਮ ਦੇ ਅੰਦਰ, ਇਸਲਾਮ ਦੀ ਸ਼ਰ੍ਹਾ ਦੇ ਅੰਦਰ ਆ ਜਾਣ, ਕਲਮਾ ਪੜ੍ਹ ਲੈਣ ਜੀ। ਨਾਹ ਤੇ ਕਰਾਮਾਤ ਦਿਖਰਾਵੈ, ਨਹੀਂ ਤਾਂ ਫਿਰ ਜਿਹੜੀ ਉਹਨਾਂ ਪਾਸ ਅਜ਼ਮਤ ਹੈ, ਕਿਉਂਕਿ ਉਸ ਨੂੰ ਇਹ ਪਤਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ 9ਵੇਂ ਥਾਂ ਤੇ ਵਾਰਿਸ ਹਨ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪੋਤੇ ਰਾਮ ਰਾਏ ਨੇ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਕਰਾਮਾਤਾਂ ਉਸ ਨੂੰ ਦਿਖਾਈਆਂ ਹਨ। ਗੁਰੂ ਨਾਨਕ ਦੇ ਘਰ ਦੀ ਅਜ਼ਮਤ ਦਾ ਉਸ ਨੂੰ ਚੰਗੀ ਤਰ੍ਹਾਂ ਪਤਾ ਹੈ। ਸੋ ਜੇ ਨਹੀਂ ਧਰਮ ਤਬਦੀਲ ਕਰਨਾ ਤੇ ਇੱਥੇ ਕਰਾਮਾਤ ਦਿਖਾਉਣੀ ਪਏਗੀ। ਸੋ ਜਾਂ ਤੇ ਕਰਾਮਾਤ ਦਿਖਾਓ ਜਾਂ ਆਪਣਾ ਜੋ ਮਜ਼ਹਬ ਧਰਮ ਹੈ ਇਸ ਨੂੰ ਤਬਦੀਲ ਕਰੋ ਜੀ। ਜਿਸ ਬਲ ਤੇ ਜਗ ਗੁਰੂ ਕਹਾਵੈ, ਜਿਸ ਕਰਾਮਾਤ ਦੀ ਤਾਕਤ ਦੇ ਨਾਲ ਇੱਕ ਜਗਤ ਦੇ ਗੁਰੂ ਖਵਾਉਂਦੇ ਹਨ, ਜਿਸ ਤਾਕਤ ਦਾ ਸਦਕਾ ਜਗਤ ਇਹਨਾਂ ਦੇ ਚਰਨਾਂ ਅੰਦਰ ਝੁਕਦਾ ਹੈ, ਸਾਡੇ ਵੀ ਸਨਮੁਖ ਆ ਕਰਕੇ ਉਹ ਕਰਾਮਾਤ ਪ੍ਰਗਟ ਕਰ ਦਿਖਾਉਣ ਜੀ। ਦੋਹੋ ਮੈਂ ਏਕ ਮਾਨ ਹੈ ਜਬੈ, ਤੇ ਔਰੰਗਜ਼ੇਬ ਆਪਣੇ ਮੁਲਾਣੇ ਅਹਿਲਕਾਰਾਂ ਨੂੰ ਕਹਿਣ ਲੱਗਾ ਕਿ ਇਹਨਾਂ ਦੋਵਾਂ ਚੋਂ ਇੱਕ ਵੀ ਬਾਤ ਅਗਰ ਮੰਨਦੇ ਹਨ ਕਰੋ ਖਲਾਸੀ ਤਿਸਕੀ ਤਬੈ, ਤੇ ਕਹਿ ਦੇਣਾ ਕਿ ਆਪ ਜੀਆਂ ਦੀ ਖਲਾਸੀ ਹੋ ਜਾਵੇਗੀ, ਭਾਵ ਇਹ ਕੈਦ, ਇਹ ਕਸ਼ਟ ਸਭ ਇੱਥੇ ਹੀ ਖਤਮ ਕਰ ਦਿੱਤਾ ਜਾਵੇਗਾ। ਪਰ ਕੀਤਾ ਤਾਂ ਜਾਵੇਗਾ ਜੇਕਰ ਦੋਨਾਂ ਚੋਂ ਇੱਕ ਬਾਤ, ਜਾਂ ਤੇ ਆਪ ਧਰਮ ਨੂੰ ਤਬਦੀਲ ਕਰੋ, ਇਸਲਾਮ ਦੇ ਅੰਦਰ ਆਓ, ਸ਼ਰ੍ਹਾ ਧਾਰਨ ਕਰੋ, ਜਾਂ ਫਿਰ ਕਰਾਮਾਤ ਦਿਖਾਓ ਜੀ। ਨਤ ਦੈ ਹੋ ਮੈਂ ਕਤਲ ਕਰਾਏ, ਨਹੀਂ ਤਾਂ ਕਹਿ ਦੇਣਾ ਅਗਰ ਦੋਨੋਂ ਬਾਤ ਆਪ ਮੰਨਣ ਲਈ ਰਾਜ਼ੀ ਨਹੀਂ ਹੋ ਤੇ ਫਿਰ ਬਾਦਸ਼ਾਹ ਆਪ ਜੀਆਂ ਨੂੰ ਕਤਲ ਕਰਵਾਏਗਾ, ਕਿਉਂਕਿ ਹੋਰ ਕੋਈ ਰਸਤਾ ਨਹੀਂ ਹੈ ਸਾਡੇ ਪਾਸ, ਨਹੀਂ ਤਾਂ ਫਿਰ ਤੁਹਾਨੂੰ ਕਤਲ ਕੀਤਾ ਜਾਏਗਾ। ਜਿਸ ਤੇ ਡਰ ਪੈ ਨਰ ਸਮੁਦਾਏ, ਜਿਸ ਕਤਲ ਦੇ ਨਾਮ ਦੇ ਨਾਲ ਸਾਰੇ ਡਰਦੇ ਹਨ, ਭਾਵ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਨਮੁਖ ਬਾਤ ਜਾਏਗੀ ਤੇ ਬਾਦਸ਼ਾਹ ਸਮਝਦਾ ਉਹ ਵੀ ਡਰਨਗੇ, ਤੇ ਬਾਕੀ ਜਿਤਨੇ ਵੀ ਹਿੰਦੁਸਤਾਨ ਵਾਸੀ, ਹਿੰਦੂ ਸਮਾਜ ਜਿਤਨਾ ਵੀ ਮਹਾਰਾਜ ਜੀ ਕੇ ਆਸ਼ੇ ਬੈਠਾ ਹੈ, ਫਿਰ ਉਹ ਵੀ ਡਰ ਜਾਣਗੇ। ਸੋ ਹੁਣ ਬਾਦਸ਼ਾਹ ਜਿਹੜਾ ਹੈ ਕਿਤਨੇ ਦਿਨਾਂ ਦੀ ਉਡੀਕ ਕਰਨ ਤੋਂ ਬਾਅਦ ਇਹ ਸੁਨੇਹਾ ਆਪਣੇ ਮੁਲਾਣੇ ਅਹਿਲਕਾਰਾਂ ਰਾਹੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਾਸ ਭੇਜਦਾ ਹੈ ਜੀ। ਦਿਲ ਦਲੀਲ ਦਿੱਲੀ ਪਤ ਐਸੇ, ਆਪਣੇ ਦਿਲ ਦੀ ਜਿਹੜੀ ਦਲੀਲ, ਭਾਵ ਜੋ ਕੁਝ ਉਹਦੇ ਅੰਦਰ ਹੁਣ ਆਇਆ ਹੈ, ਜਿਸ ਵੇਦ ਉਹਨੇ ਇਸ ਕਾਰਜ ਨੂੰ ਮੁਕਾਉਣ ਦੀ ਬਾਤ ਸੋਚੀ ਹੈ, ਕਿਉਂਕਿ ਨਿਰੰਤਰ ਕਿਤਨੇ ਦਿਨਾਂ ਤੋਂ ਕਰੜੇ ਪਹਿਰੇ ਤੇ ਰੋਜ਼ ਦੀ ਵਾਰਤਾਲਾਪ, ਬਾਦਸ਼ਾਹ ਵੀ ਪਰੇਸ਼ਾਨ ਹੈ ਕਿ ਸਾਡੇ ਇਤਨਾ ਕੁਝ ਕਰਨ ਤੋਂ ਬਾਅਦ ਵੀ ਗੁਰੂ ਤੇਗ ਬਹਾਦਰ ਮਹਾਰਾਜ ਮੰਨਣ ਲਈ ਤਿਆਰ ਨਹੀਂ ਨੇ। ਮੰਨਣਾ ਤੇ ਕੀ, ਮਹਾਰਾਜ ਤੇ ਆਪਣੀ ਮੌਜ ਵਿੱਚ ਉਸੇ ਤਰ੍ਹਾਂ ਹੀ ਬੈਠਦੇ ਨੇ, ਕੋਈ ਦੁੱਖ ਦਾ ਲੇਸ਼ ਮਾਤਰ ਵੀ ਪ੍ਰਭਾਵ ਨਹੀਂ ਹੈ ਮੁੱਖ ਤੇ। ਸੋ ਇਹ ਸਭ ਕੁਝ ਵੇਖ ਕਰਕੇ ਫਿਰ ਅਖੀਰ ਹੁਣ ਉਸਨੇ ਇਹ ਫੈਸਲਾ ਕੀਤਾ ਹੈ, ਆਪਣੇ ਦਿਲ ਦੀ ਜੋ ਬਾਤ ਹੈ ਉਹ ਇਸ ਦਿੱਲੀ ਦੇ ਬਾਦਸ਼ਾਹ ਨੇ ਇਸ ਵੇਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਨਮੁਖ ਰੱਖੀ ਹੈ ਜੀ। ਕਰਤ ਤੇਜ ਸਭ ਬਿਨਸੈ ਜੈਸੇ, ਕਰਤ ਤੇਜ ਭਾਵ ਜਿਵੇਂ ਬਾਦਸ਼ਾਹ ਹੁਣ ਚਾਹੁੰਦਾ ਹੈ ਇਸ ਵੇਦ ਕਿ ਜੇਕਰ ਇਹ ਧਰਮ ਤਬਦੀਲ ਨਹੀਂ ਕਰਦੇ ਤੇ ਇਹ ਸਭ ਕੁਝ ਖਤਮ ਕਰ ਦਿੱਤਾ ਜਾਏ। ਏਕ ਮੁਲਾਨਾ ਇੱਕ ਉਰਾਏ, ਫਿਰ ਇੱਕ ਮੁਲਾਣਾ ਇਹਦਾ ਨਿੱਜੀ ਅਹਿਲਕਾਰ, ਕਾਜ਼ੀ ਮੁਲਾਣੇ, ਕਿਉਂਕਿ ਕਾਜ਼ੀ ਫਤਵੇ ਦਿੰਦੇ ਸਨ ਤੇ ਮੁਲਾਣੇ ਦੇ ਵੱਡੇ ਸਲਾਹਕਾਰ ਸਨ। ਸੋ ਇੱਕ ਮੁਲਾਨਾ ਤੇ ਇੱਕ ਉਹਦੇ ਨਾਲ ਇਹਨੇ ਆਪਣੀ ਸੈਨਾ ਦਾ ਮੰਤਰੀ ਕਹਿ ਲਈਏ, ਉਹਦਾ ਅੰਗ ਰੱਖਿਅਕ ਕਹਿ ਲਈਏ, ਉਹ ਇਹ ਦੋ ਜਿਹੜੇ ਹਨ ਆਪਣੇ ਪਾਸ ਤੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਪਾਸ ਜਿਸ ਥਾਂ ਤੇ ਕੈਦ ਕੀਤੇ ਹੋਏ ਹਨ ਉੱਥੋਂ ਤੱਕ ਭੇਜਦਾ ਹੈ ਜੀ। ਲਖ ਮਤਵੰਤੇ ਨਿਕਟ ਬੁਲਾਏ, ਲੱਖ ਮਤਵੰਤੇ ਬੁਲਾਏ ਵੀ ਉਹ ਹਨ ਜਿਨ੍ਹਾਂ ਦੇ ਅੰਦਰ ਬਾਦਸ਼ਾਹ ਨੂੰ ਲੱਗਦਾ ਵੀ ਇਹ ਸਿਆਣੇ ਨੇ, ਕੋਈ ਸਮਝਾ ਸਕਣਗੇ। ਨਾਮ ਭਾਵੇਂ ਨਹੀਂ ਦਿੱਤੇ, ਪਰੰਤੂ ਬਾਦਸ਼ਾਹ ਨੇ ਬੜੀ ਪਰਖ ਕਰਕੇ ਉਹਨਾਂ ਦੋ ਮਨੁੱਖਾਂ ਨੂੰ ਬੁਲਾਇਆ ਹੈ ਜਿਹੜੇ ਇਸ ਗੱਲ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਮਝਾਉਣ ਵਿੱਚ ਇਸ ਨੂੰ ਕੁਝ ਕਾਬਲ ਲੱਗਦੇ ਹਨ। ਗੁਰ ਹਿੰਦੁਨ ਕਰ ਗਏ ਮਾਹੀ, ਤੇ ਉਹਨਾਂ ਨੂੰ ਕਹਿਣ ਲੱਗਾ ਕਿ ਜਿਹੜੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਹਿੰਦੂਆਂ ਦੇ ਰਾਖੇ ਬਣ ਕੇ ਆਏ ਹਨ ਉਹ ਇਸ ਵਕਤ ਕੈਦ ਦੇ ਅੰਦਰ ਪਾਏ ਹੋਏ ਹਨ। ਅਬ ਲੋ ਕਹਿਓ ਸੋ ਮਾਨਿਓ ਨਾਹੀ, ਤੇ ਹੁਣ ਤੱਕ ਪਹਿਲੇ ਅਸੀਂ ਕਈ ਵਾਰ ਯਤਨ ਕਰ ਚੁੱਕੇ ਹਾਂ, ਤੁਹਾਡੇ ਤੋਂ ਪਹਿਲੇ ਵੀ ਕਈ ਵਾਰ ਮੌਲਾਣੇ ਜਾਂ ਹੋਰ ਕੁਝ ਅਹਿਲਕਾਰ ਜਾ ਚੁੱਕੇ ਨੇ, ਲੇਕਿਨ ਅਜੇ ਤੱਕ ਉਹਨਾਂ ਨੇ ਸਾਡੀ ਕੋਈ ਬਾਤ ਜੋ ਹੈ ਪ੍ਰਵਾਨ ਨਹੀਂ ਕੀਤੀ। ਕਿਆ ਹੋਇਆ? ਮੰਨਿਆ ਨਹੀਂ ਹੈ। ਜਾਏ ਕਰੋ ਸਮਝਾਵਣ ਤਾਹੂ, ਤੇ ਕਿਆ ਹੁਣ ਤੁਸੀਂ ਜਾਓ
ਤੇ ਜਾ ਕਰਕੇ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਪਿਆਰ ਸਹਿਤ ਇਹ ਬਾਤ ਸਮਝਾਓ ਜੀ। ਦੇਹੋ ਸਜਾਏ ਮਾਨ ਲੈ ਜਾਹੂੰ। ਨਾਲ ਕਹਿ ਦੇਣਾ ਵੀ ਜੇਕਰ ਆਪ ਬਾਦਸ਼ਾਹ ਦੀ ਬਾਤ ਨਹੀਂ ਮੰਨੋਗੇ ਤੇ ਫਿਰ ਹੁਣ ਅੱਗੇ ਇਸ ਤੋਂ ਕਠਿਨ ਸਜ਼ਾ, ਕਰੜੀ ਸਜ਼ਾ, ਤੇ ਕਠਿਨ ਸਜ਼ਾ ਕੀ ਹੈ? ਇਸ ਤੋਂ ਅੱਗੇ ਮੌਤ ਦੀ ਸਜ਼ਾ। ਸੋ ਹੁਣ ਇਸ ਤੋਂ ਵੀ ਕਰੜੀ ਸਜ਼ਾ ਜਿਹੜੀ ਹੈ ਬਾਦਸ਼ਾਹ ਵੱਲੋਂ ਦਿੱਤੀ ਜਾਣੀ ਹੈ। ਤਰਾਸ ਦਿਖਾਵੋ ਅਨੇਕ ਪ੍ਰਕਾਰਾ। ਤਰਾਸ ਦੇ ਅਖਰੀ ਅਰਥ ਹੁੰਦੇ ਨੇ ਡਰ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਅਨੇਕਾਂ ਪ੍ਰਕਾਰ ਨਾਲ ਡਰ ਦਿਖਾਓ। ਡਰ ਤੋਂ ਭਾਵ ਹੈ ਕਿ ਐਸੀਆਂ ਬਾਤਾਂ ਬਣਾ ਕੇ ਕਹੋ ਜਿਹਦੇ ਨਾਲ ਉਹਨਾਂ ਦਾ ਅੰਦਰ ਜਿਹੜਾ ਹੈ ਉਹ ਡਰ ਜਾਏ। ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਤੇ ਅਸੀਂ ਆਪ ਆਪਣੀ ਹੱਥ ਲਿਖਤ ਬਾਣੀ ਪੜ੍ਹਦੇ ਹਾਂ। ਮਹਾਰਾਜ ਕੇ ਅੰਦਰ ਤੇ ਐਸੀ ਬਾਤ ਹੀ ਨਹੀਂ ਹੈ। ਭੈ ਕਾਹੂ ਕੋ ਦੇਤ ਨਹਿ ਪੈ ਮਾਨ ਧਿਆਨ। ਸੋ ਇਹ ਸੋਚ ਰਿਹਾ ਹੈ ਤੇ ਕਹਿ ਰਿਹਾ ਹੈ ਆਪਣੇ ਅਹਿਲਕਾਰਾਂ ਨੂੰ ਵੀ ਇਸ ਤਰੀਕੇ ਨਾਲ ਬਾਤ ਪੇਸ਼ ਕਰੋ ਕਿ ਸੁਣ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਭੈਗ੍ਰਸਤ ਹੋ ਜਾਣ, ਡਰ ਜਾਣ। ਮੇਰੇ ਕਹੇ ਹੋਏ ਸ਼ਬਦ ਇਸ ਤਰੀਕੇ ਨਾਲ ਕਹਿਣੇ ਹਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਇਸ ਬਾਤ ਤੋਂ ਡਰ ਲੱਗਣਾ ਸ਼ੁਰੂ ਹੋ ਜਾਏ। ਜਿਸ ਤੇ ਆਵੇ ਸਰਾ ਮਜਾਰਾ। ਫਿਰ ਡਰ ਕਾਰਨ ਗੁਰੂ ਤੇਗ ਬਹਾਦਰ ਮਹਾਰਾਜ ਇਹ ਸ਼ਰਾ ਦੇ ਅੰਦਰ ਆ ਜਾਣਗੇ, ਇਸਲਾਮ ਕਬੂਲ ਲੈਣਗੇ ਜੀ। ਕਹੋ ਲੋਭ ਕੀ ਬਾਤ ਬਡੇਰੀ। ਤੇ ਹਾਂ ਨਾਲ ਇਹ ਵੀ ਕਹਿ ਦੇਣਾ ਜਿਵੇਂ ਡਰ ਹੈ, ਡਰ ਦੇ ਨਾਲ ਕੁਝ ਲੋਭ ਦੀ ਬਾਤ। ਲੋਭ ਤੋਂ ਭਾਵ ਕੁਝ ਲਾਲਚ ਦੇਣੇ। ਜਿਵੇਂ ਅਕਸਰ ਬਾਦਸ਼ਾਹ ਲੋਕ ਕਰਦੇ ਹਨ, ਕੋਈ ਪਦਵੀ ਦਾ ਲਾਲਚ, ਧਨ ਦਾ ਲਾਲਚ, ਹੋਰ ਅਨੇਕਾਂ ਤਰੀਕਿਆਂ ਦੇ ਲਾਲਚ। ਸੋ ਬਾਤ ਵਡੇਰੀ, ਵੱਡੇ ਤੋਂ ਵੱਡਾ ਲਾਲਚ, ਜੋ ਵੀ ਤੁਸੀਂ ਕਹਿ ਸਕੋ, ਜੋ ਵੀ ਤੁਹਾਨੂੰ ਠੀਕ ਲੱਗੇ, ਸਮੇਂ ਅਨੁਸਾਰ ਸੰਭਵ ਹੋ ਸਕੇ, ਉਹ ਸਭ ਲਾਲਚ ਉਹਨਾਂ ਦੇ ਸਨਮੁਖ ਰੱਖ ਦਿਓ। ਕਹਿ ਦਿਓ ਵੀ ਇਹ ਕੁਝ ਤੁਹਾਨੂੰ ਦਿੱਤਾ ਜਾਏਗਾ ਅਗਰ ਤੁਸੀਂ ਬਾਦਸ਼ਾਹ ਦੇ ਹਮਾਇਤੀ ਹੁੰਦੇ ਹੋ, ਬਾਦਸ਼ਾਹ ਦੀ ਬਾਤ ਮੰਨਦੇ ਹੋ ਤੇ ਆਪਣਾ ਜਿਹੜਾ ਧਰਮ ਹੈ ਤਬਦੀਲ ਕਰਦੇ ਹੋ ਜੀ। ਕਰੈ ਨਿਕਾਓ ਸੁਤਾ ਸੰਗ ਮੇਰੀ। ਤੇ ਬਾਦਸ਼ਾਹ ਨੇ ਇੱਥੋਂ ਤੱਕ ਪੇਸ਼ਕਸ਼ ਕਰ ਦਿੱਤੀ। ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰ ਰਹੇ ਨੇ, ਕਰੈ ਨਿਕਾਹ ਸੁਤਾ ਸੰਗ ਮੇਰੀ। ਕਹਿ ਦਿਓ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਕਿ ਜੇ ਉਹ ਇਸਲਾਮ ਵਿੱਚ ਆਉਣ ਲਈ ਰਾਜ਼ੀ ਹਨ ਨਾ, ਜੇ ਉਹ ਸਾਡੇ ਵਾਂਗ ਸ਼ਰਾ ਦੇ ਅੰਦਰ ਆਉਣ ਲਈ ਕਲਮਾ ਪੜ੍ਹਨ ਲਈ ਰਾਜ਼ੀ ਹਨ, ਤੇ ਬਾਦਸ਼ਾਹ ਆਪਣੀ ਪੁੱਤਰੀ, ਆਪਣੀ ਬੇਟੀ ਦਾ ਰਿਸ਼ਤਾ ਜਿਹੜਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਕਰ ਦੇਵੇਗਾ। ਬਾਦਸ਼ਾਹ ਜਿਹੜਾ ਹੈ ਆਪਣੀ ਪੁੱਤਰੀ ਦਾ ਰਿਸ਼ਤਾ ਵਿਆਹ ਕਰਨ ਲਈ ਤੁਹਾਡੇ ਨਾਲ ਰਾਜ਼ੀ ਹੈ, ਪਰ ਹਾਂ ਸਾਡੀ ਬਾਤ ਮੰਨ ਲਓ ਜੀ। ਰਾਜ ਸਮਾਜ ਬੁਲੰਦ ਲਹਿ। ਜੇਕਰ ਆਪ ਬਾਦਸ਼ਾਹ ਦੀ ਪੁੱਤਰੀ ਦਾ ਰਿਸ਼ਤਾ ਲੈ ਲੈਂਦੇ ਹੋ, ਜਾਂ ਇੱਕ ਬਹੁਤ ਵੱਡਾ ਲਾਲਚ ਹੈ, ਕਿਉਂਕਿ ਜੇਕਰ ਬਾਦਸ਼ਾਹ ਨਾਲ ਨਾਤਾ ਜੁੜ ਜਾਂਦਾ ਹੈ ਤੇ ਕੁਦਰਤੀ ਤੌਰ ਤੇ ਉਹਦੇ ਰਾਜ ਦੇ ਹਿੱਸੇਦਾਰ ਹੋ ਗਏ। ਤੇ ਜਦੋਂ ਬਾਦਸ਼ਾਹ ਦੇ ਜਵਾਈ ਬਣ ਗਏ, ਉਹ ਕਹਿ ਲਈਏ ਆਪਾਂ, ਬਾਦਸ਼ਾਹ ਦੀ ਪੁੱਤਰੀ ਦਾ ਰਿਸ਼ਤਾ ਜਾਂ ਵਿਆਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਜੋ ਲਾਲਚ ਦਿੱਤਾ ਗਿਆ ਹੁੰਦਾ ਹੈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਖਤ ਦੇ ਵਾਰਿਸ ਬਣ ਸਕਦੇ ਨੇ। ਸੋ ਇੱਕ ਬਹੁਤ ਭਾਰੀ ਲਾਲਚ ਹੈ ਜੋ ਸਮੇਂ ਦੇ ਹੁਕਮਰਾਨਾਂ ਨੇ ਇੱਕ ਨੀਤੀ ਅਨੁਸਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਨਮੁਖ ਰੱਖਿਆ ਹੈ ਕਿ ਕਿਸੇ ਲਾਲਚ ਵਿੱਚ ਆ ਕਰਕੇ ਹੀ ਇਹ ਆਪਣਾ ਧਰਮ ਜੋ ਹੈ ਉਸ ਨੂੰ ਤਬਦੀਲ ਕਰ ਲੈਣਗੇ। ਪੁਰ ਹਰ ਖਾਏ ਦੀਨ ਜੇ ਐ। ਪੁਰ ਹਰ ਖਾਏ ਭਾਵ ਬਾਦਸ਼ਾਹ ਕਹਿ ਰਿਹਾ ਸੀ ਮੁਲਾਣਿਆਂ ਨੂੰ ਕਿ ਜਿਵੇਂ ਖੁਸ਼ ਹੋਣ। ਪੁਰ ਦਾ ਮਤਲਬ ਹੁੰਦਾ ਹਿਰਦਾ ਹਰ ਖਾਏ, ਜਿੱਥੇ ਵੀ ਉਹਨਾਂ ਦਾ ਦਿਲ ਮੰਨੇ, ਜਿੱਥੇ ਵੀ ਉਹ ਤੁਹਾਡੇ ਨਾਲ ਸਹਿਮਤੀ ਪ੍ਰਗਟਾਉਣ ਵੀ ਆਹ ਕੁਝ ਤੁਸੀਂ ਕਰੋ ਤੇ ਅਸੀਂ ਰਾਜ਼ੀ ਹਾਂ, ਤੁਸੀਂ ਉਹ ਸਭ ਦੇ ਲਈ ਹਾਂ ਕਰੋ, ਮੇਰੇ ਵੱਲੋਂ ਖੁੱਲੀ ਛੁੱਟੀ ਹੈ। ਬਾਦਸ਼ਾਹ ਵੱਲੋਂ ਇਜਾਜ਼ਤ ਹੋਵੇਗੀ, ਕਿਉਂਕਿ ਅਕਸਰ ਐਸਾ ਹੁੰਦਾ ਹੈ ਜਦੋਂ ਕਿਸੇ ਨਾਲ ਐਸੀ ਸੌਦੇਬਾਜ਼ੀ ਕੀਤੀ ਜਾਂਦੀ ਹੈ ਨਾ, ਤੇ ਜਿਹੜੇ ਵਿਚੋਲੇ ਮਨੁੱਖ ਹੁੰਦੇ ਨੇ ਫਿਰ ਉਹ ਆਪਣੇ ਤਰੀਕੇ ਦੇ ਨਾਲ ਹਰ ਉਹ ਸੰਭਵ ਬਾਤ, ਹਰ ਉਹ ਸੰਭਵ ਲਾਲਚ ਦੇਣ ਦਾ ਯਤਨ ਕਰਦੇ ਨੇ ਜੋ ਕੁਝ ਉਹਨਾਂ ਪਾਸ ਹੁੰਦਾ। ਤੇ ਕਈ ਵਾਰ ਆਪਾਂ ਵੇਖਦੇ ਹਾਂ ਜਦੋਂ ਕਿਤੇ ਕੋਈ ਐਸਾ ਮੌਕਾ ਬਣਦਾ ਹੈ, ਫਿਰ ਉਹ ਮਨੁੱਖ ਦੇ ਅੰਦਰ ਦੀ ਬਾਤ ਨੂੰ ਬੁੱਝਣ ਦਾ ਯਤਨ ਕਰਦੇ ਨੇ ਕਿ ਇਹ ਜਿਹੜਾ ਅੰਦਰ ਇਹ ਮਨੁੱਖ ਜਿਹੜਾ ਖੜਾ ਹੈ ਇਹ ਕਿੱਥੇ ਕੁ ਜਾ ਕੇ ਬੋਲਦਾ ਹੈ, ਕਿਹੜੀ ਸ਼ੈ ਸਾਥੋਂ ਮੰਗਦਾ ਹੈ, ਤੇ ਜੇ ਸੰਭਵ ਹੈ ਤੇ ਅਸੀਂ ਇਹਨਾਂ ਨੂੰ ਉਹ ਦੇ ਕੇ ਆਪਣੇ ਵੱਲ ਕਰ ਲਈਏ। ਕਿਉਂਕਿ ਮਸਲਾ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਇਕੱਲੇ ਧਰਮ ਤਬਦੀਲ ਕਰਨ ਦਾ ਨਹੀਂ ਹੈ, ਮਸਲਾ ਪੂਰੇ ਹਿੰਦੁਸਤਾਨ ਦੇ ਅਨ ਸਨਾਤਨੀ ਮਤ ਦੀ ਖਲਕਤ ਦਾ ਹੈ। ਬਾਦਸ਼ਾਹ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਵਾਰ ਕਿਤੇ ਆਪ ਇਹ
ਆਮ ਲੋਕਾਈ ਅੰਦਰ ਆ ਕਰਕੇ ਕਹਿ ਦੇਣ ਵੀ ਅਸੀਂ ਧਰਮ ਤਬਦੀਲ ਕੀਤਾ, ਪੂਰੇ ਹਿੰਦੁਸਤਾਨ ਦਾ ਜੁਮਾ ਬਾਦਸ਼ਾਹ ਦਾ ਦਿਨਾਂ ਦੇ ਅੰਦਰ ਸਾਰੇ ਹਿੰਦੁਸਤਾਨ ਨੂੰ ਇਸਲਾਮੀ ਬਣਾ ਕੇ ਰੱਖ ਦੇਗਾ। ਲੇਕਿਨ ਗੁਰੂ ਤੇਗ ਬਹਾਦਰ ਮਹਾਰਾਜ ਕੋਈ ਆਮ ਮਨੁੱਖ ਤੇ ਹੈ ਨਹੀਂ। ਹੁਣ ਸਤਿਗੁਰੂ ਜੀ ਕੇ ਅੰਦਰ ਨੂੰ ਪਰਖਣ ਦੇ ਲਈ ਕਦੇ ਭੈ ਦੇ ਰਿਹਾ, ਕਦੇ ਲਾਲਚ ਦੇ ਰਿਹਾ, ਯਤਨ ਕਰ ਰਿਹਾ। ਇਹ ਵੀ ਕਹਿ ਦਿੱਤਾ ਹੈ ਕਿ ਮੈਂ ਆਪਣੀ ਪੁੱਤਰੀ ਦਾ ਰਿਸ਼ਤਾ ਵੀ ਦੇ ਦੇਵਾਂਗਾ, ਹੋਰ ਜੋ ਕੁਝ ਤੁਹਾਨੂੰ ਰਾਜ, ਸਮਾਜ, ਤਖਤ, ਦੇਸ਼, ਧਨ, ਪੈਸਾ ਆਦਿਕ ਜੋ ਵੀ ਚਾਹੀਦਾ ਹੈ, ਇੱਕ ਵਾਰ ਆਪਣੇ ਮੁਖ ਤੋਂ ਬੋਲੋ। ਤੇ ਜੇਕਰ ਆਪ ਹਾਂ ਕਰਦੇ ਹੋ, ਬਾਦਸ਼ਾਹ ਤੁਰਤ ਹਾਜ਼ਰ ਕਰੇਗਾ। ਬਦਲੇ ਵਿੱਚ ਸ਼ਰਤ ਇਹ ਹੈ ਕਿ ਇੱਕ ਵਾਰ ਬੁਲੰਦ ਆਵਾਜ਼ ਇਹ ਕਹਿ ਦਿਓ ਵੀ ਅਸੀਂ ਆਪਣਾ ਧਰਮ ਤਬਦੀਲ ਕਰ ਲਿਆ ਹੈ। ਇਹ ਵੇਖੋ, ਇੱਕ ਮਹਾਰਾਜ ਜੀ ਕੇ ਅੰਦਰ ਦੀ ਵੀ ਬਹੁਤ ਵੱਡੀ ਪਰਖ ਹੈ, ਤੇ ਅਸੀਂ ਕਵਾਂਗੇ ਮਹਾਰਾਜ ਜੀ ਕੇ ਅੰਦਰ ਦੀ ਦ੍ਰਿੜਤਾ ਵੀ ਹੈ। ਕਿਉਂਕਿ ਜਦੋਂ ਮਹਾਰਾਜ ਜੀ ਕੀ ਸ਼ਹਾਦਤ ਸੰਬੰਧੀ ਅੰਮ੍ਰਿਤ ਬਾਣੀ ਦੇ ਦਰਸ਼ਨ ਕਰਦੇ ਹਾਂ ਨਾ, ਜੋ ਬਚਨ ਗੁਰੂ ਕੇ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਲਿਖੇ ਹਨ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਸਿਰ ਦਾ ਮਤਲਬ ਹੈ ਸਿਦਕ, ਭਰੋਸਾ, ਵਿਸ਼ਵਾਸ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਨਮੁਖ ਬਾਦਸ਼ਾਹ ਇਤਨੀ ਪੇਸ਼ਕਸ਼ ਕਰ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸਨਮੁਖ ਮੁਲਾਣੇ ਰੋਜ਼ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਨੇ, ਵੱਖ-ਵੱਖ ਤਰੀਕਿਆਂ ਨਾਲ ਪੁੱਛਣ ਦਾ ਯਤਨ ਕਰਦੇ ਨੇ, ਬੇਅੰਤ ਲਾਲਚ ਦਿੱਤੇ ਜਾ ਰਹੇ ਨੇ। ਅੱਜ ਅਖੀਰਲੀ ਪਰਖ ਕੀਤੀ ਗਈ ਹੈ ਵੀ ਜੋ ਤੁਹਾਡੇ ਮਨ ਵਿੱਚ ਹੈ ਇੱਕ ਵਾਰ ਬੋਲ ਕੇ ਦੱਸ ਦਿਓ, ਅਸੀਂ ਹਾਜ਼ਰ ਕਰ ਦੇਵਾਂਗੇ। ਲੇਕਿਨ ਗੁਰੂ ਤੇਗ ਬਹਾਦਰ ਮਹਾਰਾਜ ਆਪ ਦ੍ਰਿੜ ਨਿਸ਼ਚੇ ਅਨੁਸਾਰ ਉਸੇ ਤਰ੍ਹਾਂ ਹੀ ਵਿਰਾਜਮਾਨ ਹਨ। ਕਹੇ ਕਿਤਾਬਨ ਜੇਤਿਕ ਪਾਏ, ਤੇ ਨਾਲ ਇਹ ਵੀ ਕਹਿ ਦਿੱਤਾ ਬਾਦਸ਼ਾਹ ਨੇ, ਕਹੇ ਕਿਤਾਬਨ ਜੇਤਿਕ ਪਾਏ, ਕਿ ਜਿਵੇਂ ਕੁਝ ਨੀਤੀ ਸ਼ਾਸਤਰ ਜਿਹੜੀਆਂ ਕਿਤਾਬਾਂ ਨੇ ਨਾ, ਨੀਤੀ ਸ਼ਾਸਤਰ ਜਿਵੇਂ ਚਾਣਕਿਆ ਦੀ ਲਿਖੀ ਹੋਈ ਹੈ ਜਾਂ ਇੱਕ ਦੋ ਹੋਰ ਵਿਦਵਾਨਾਂ ਦੀਆਂ ਵੀ ਹੈ ਨੇ, ਉਹਨਾਂ ਵਿੱਚ ਕੁਝ ਤਰੀਕੇ ਦੱਸੇ ਹੋਏ ਨੇ। ਨੀਤੀ ਸ਼ਾਸਤਰ ਵਿੱਚ ਕਿਸੇ ਨੂੰ ਖਰੀਦਣ ਦੇ ਕੋਈ 4 ਤਰੀਕਿਆਂ ਦਾ ਬਹੁਤ ਗਹਿਰਾਈ ਨਾਲ ਵਿਸਤਾਰ ਹੈ। ਸ਼ਾਮ, ਦਾਮ, ਦੰਡ, ਭੇਦ, ਇਹ ਚਾਣਕਿਆ ਦਾ ਹੈ। ਜਾਂ ਨੀਤੀ ਸ਼ਾਸਤਰ ਵਿੱਚ ਕਿਸੇ ਨੂੰ ਕਿਸ ਤਰੀਕੇ ਨਾਲ ਆਪਣੇ ਵੱਲ ਕਰਨਾ ਹੈ, ਉਹਦੇ ਕੁਝ ਹੋਰ ਵੀ ਤਰੀਕੇ ਨੇ। ਇਕੱਲਾ ਇਹ ਨਹੀਂ ਵੀ ਧਨ ਦੇ ਦੇਵੋ ਜਾਂ ਪਦਵੀ ਦੇ ਦੇਵੋ ਜਾਂ ਕੋਈ ਹੋਰ ਕੋਈ ਐਸਾ ਭੇਦ। ਅਸਲ ਵਿੱਚ ਨੀਤੀ ਸ਼ਾਸਤਰ ਦੇ ਅੰਦਰ ਇਹ ਵੀ ਹੈ ਵੀ ਇਸ ਮਨੁੱਖ ਦੀ ਕਮਜ਼ੋਰੀ ਕੀ ਹੈ, ਇਹ ਲੱਭੋ ਤੇ ਇਹਦਾ ਵਿਖਿਆਨ ਕਰੋ, ਤੇ ਉਸ ਨੂੰ ਇਹ ਭੈ ਦੇਵੋ ਵੀ ਅਗਰ ਤੂੰ ਸਾਡੀ ਬਾਤ ਨਹੀਂ ਮੰਨੇਗਾ ਤੇ ਤੇਰੀ ਇਸ ਗੱਲ ਦਾ ਪ੍ਰਚਾਰ ਕੀਤਾ ਜਾਵੇਗਾ। ਅਜੋਕੇ ਸਮੇਂ ਦੇ ਵਿੱਚ ਇਹ ਕੁਝ ਬਹੁਤ ਵਰਤਿਆ ਜਾਂਦਾ ਹੈ। ਹੋਰ ਬਹੁਤ ਸਾਰੇ ਤਰੀਕੇ ਨੇ ਨੀਤੀ ਸ਼ਾਸਤਰ ਅੰਦਰ, ਕਿਉਂਕਿ ਨੀਤੀ ਸ਼ਾਸਤਰ ਦੀ ਜਿੱਥੇ ਬਾਤ ਆਉਂਦੀ ਹੈ ਨਾ, ਕਿਸੇ ਮਨੁੱਖ ਨੂੰ ਨੀਵਾਂ ਦਿਖਾਉਣ ਦੇ ਲਈ, ਕਿਸੇ ਮਨੁੱਖ ਨੂੰ ਕਿਰਦਾਰ ਤੋਂ ਡੇਗਣ ਦੇ ਲਈ, ਆਚਾਰ ਤੋਂ ਡੇਗਣ ਦੇ ਲਈ, ਜਾਂ ਕਿਸੇ ਮਨੁੱਖ ਨੂੰ ਆਪਣੇ ਵੱਲ ਕਰਨ ਦੇ ਲਈ ਬਹੁਤ ਸਾਰੇ ਤਰੀਕੇ ਸਮੇਂ ਦੇ ਉਹ ਮਨੁੱਖ ਵਰਤਦੇ ਨੇ ਜਿਹੜੇ ਉਸ ਵਕਤ ਰਾਜ ਸਮਾਜ ਦੇ ਮਾਲਕ ਹੁੰਦੇ ਨੇ। ਬਾਦਸ਼ਾਹ ਨੇ ਮੁਲਾਣਿਆਂ ਨੂੰ, ਆਪਣੇ ਮੰਤਰੀਆਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਕਿ ਪੁਰਾਣੇ ਨੀਤੀ ਸ਼ਾਸਤਰ ਦੀਆਂ ਕਿਤਾਬਾਂ ਜੋ ਕੁਝ ਤੁਹਾਨੂੰ ਦੱਸਦੀਆਂ ਨੇ, ਜਿੰਨਾ ਕੁ ਤੁਹਾਨੂੰ ਪਤਾ ਹੈ, ਸਾਰਾ ਕੁਝ ਵਰਤ ਲਓ। ਮੇਰੇ ਵੱਲੋਂ ਬਿਲਕੁਲ ਇਸ ਗੱਲ ਦੀ ਖੁੱਲ੍ਹੀ ਛੁੱਟੀ ਹੈ ਕਿ ਜਿਵੇਂ ਤੁਸੀਂ ਕਰੋਗੇ ਪ੍ਰਵਾਨ ਹੈ। ਬਸ ਸ਼ਰਤ ਇੱਕ ਹੀ ਹੈ ਵੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਮੁਖ ਤੋਂ ਕਹਿ ਦੇਣ ਵੀ ਅਸੀਂ ਇਸਲਾਮ ਕਬੂਲ ਕਰਦੇ ਹਾਂ, ਅਸੀਂ ਕਰਾਮਾਤ ਵਿਖਾਉਂਦੇ ਹਾਂ। ਕਹੇ ਕਿਤਾਬਨ ਜਿਤਕੂ ਪਾਏ, ਜੋ ਕੁਝ ਵੀ ਇਹਨਾਂ ਨੀਤੀ ਸ਼ਾਸਤਰਾਂ ਦੇ ਅੰਦਰ ਲਿਖਿਆ ਹੈ ਉਹ ਸਾਰੇ ਤਰੀਕੇ ਵਰਤਨ ਦੀ ਸਾਡੇ ਵੱਲੋਂ ਖੁੱਲ੍ਹ ਹੈ ਜੀ। ਦੇ ਸੁਤਾਦਲੇ ਸਰਾ ਮਨਾਏ, ਦੇ ਸੁਤਾਦਲੇ, ਸੁਤਾ ਇਸਤਰੀ, ਪੁੱਤਰੀ, ਆਦਿ ਦਾ ਅਰਥ ਹੈ ਇਹ ਦੋ ਸ਼ਬਦਾਂ ਦਾ ਮੇਲ ਹੈ। ਦੇ ਸੁਤਾਦ, ਧਨ ਆਦਿਕ, ਰਾਜ ਆਦਿਕ, ਇਸਤਰੀ ਪੁੱਤਰੀ ਆਦਿਕ ਦੇ ਕਰਕੇ ਇੱਕ ਵਾਰ ਸ਼ਰ੍ਹਾ ਵਿੱਚ ਲੈ ਆਉਂਦੇ ਹਾਂ ਜੀ। ਜਿਮ ਕਿਨ ਦੀਨ ਬਿਖੈ ਕਿਸ ਆਨੈ, ਜਿਮ ਕਿਮ, ਜਥਾ ਸ਼ਕਤ ਜੋ ਵੀ ਤਰੀਕਾ ਹੁਣ ਸਾਡੇ ਤੋਂ ਹੋ ਸਕਦਾ ਕਰਕੇ, ਜੋ ਵੀ ਲਾਲਚ ਦਿੱਤਾ ਜਾਂਦਾ ਹੈ। ਜੇ ਭੈ ਨਾਲ ਆਉਂਦੇ ਨੇ, ਡਰਗ੍ਰਸਤ ਹੋ ਕੇ ਆਉਂਦੇ ਨੇ, ਕਿਉਂਕਿ ਇਹ ਤੇ ਉਸ ਨੂੰ ਪਤਾ ਲੱਗ ਚੁੱਕਾ ਹੈ ਵੀ ਕਿਤਨੇ ਦਿਨਾਂ ਤੋਂ ਕਸ਼ਟ ਦਿੱਤਾ ਜਾ ਰਿਹਾ ਹੈ, ਭੈ ਦਿੱਤਾ ਜਾ ਰਿਹਾ, ਲੇਕਿਨ ਉਹ ਮੰਨਣ ਲਈ ਰਾਜੀ ਨਹੀਂ ਹੈ। ਹੁਣ ਦੂਸਰਾ ਪੈਤੜਾ ਵਰਤਿਆ ਗਿਆ, ਲੋਭ ਦਿੱਤਾ ਜਾਏ, ਲਾਲਚ ਦਿੱਤਾ ਜਾਏ। ਸੋ ਜਿਵੇਂ ਕਿਵੇਂ ਵੀ ਆਉਂਦੇ ਹਨ, ਲਾਲਚ ਦੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ
ਇਸ ਇਸਲਾਮੀ ਸ਼ਰ੍ਹਾ ਦੇ ਅੰਦਰ ਲਿਆਂਦਾ ਜਾਏ ਜੀ। ਇਸ ਤੇ ਮਹਾ ਸਬਾਬ ਬਖਾਨੈ। ਇਸ ਤੇ ਮਹਾ ਭਾਵ ਸਾਡੇ ਲਈ ਤੇ ਹੁਣ ਇਹੀ ਅਹਿਮ ਕੰਮ ਹੈ, ਜੇਕਰ ਅਸੀਂ ਇਸ ਨੂੰ ਪੂਰਾ ਕਰ ਸਕੀਏ ਜੀ। ਕਰਨ ਦੀਨ ਕੋ ਸਦਾ ਬਿਲੰਦ। ਕਿਉਂਕਿ ਸਾਨੂੰ ਸਾਡੇ ਖੁਦਾ ਪਾਕ ਅੱਲਾਹ ਤਾਲਾ ਨੇ ਸਾਡਾ ਧਰਮ ਵਧਾਉਣ ਦੇ ਲਈ ਹਿਦਾਇਤ ਕੀਤੀ ਹੈ। ਇਸਲਾਮ ਬਾਦਸ਼ਾਹ ਔਰੰਗਜ਼ੇਬ ਇਹ ਮੰਨਦਾ ਸੀ, ਭਾਵੇਂ ਕਿ ਉਹ ਬਹੁਤ ਅਨੀਤੀ ਦਾ ਮਾਲਕ ਸੀ, ਲੇਕਿਨ ਫਿਰ ਵੀ ਉਹ ਪ੍ਰਚਾਰ ਇਹ ਕਰਦਾ ਸੀ ਵੀ ਮੈਂ ਆਪਣੇ ਧਰਮ ਦਾ ਬਹੁਤ ਵੱਡਾ ਚਿੰਤਕ ਹਾਂ। ਮੈਂ ਆਪਣੇ ਧਰਮ ਨੂੰ ਵਿਸਤਾਰ ਕਰਨ ਦੇ ਲਈ, ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਬਹੁਤ ਯਤਨ ਕਰਦਾ। ਸੋ ਇੱਥੇ ਵੀ ਇਹ ਗੱਲ ਕਹਿ ਰਿਹਾ, ਕਰਨ ਦੀਨ ਕੋ ਸਦਾ ਬੁਲੰਦ। ਜਿਹੜਾ ਸਾਡੇ ਦੀਨ ਦਾ ਝੰਡਾ ਹੈ, ਸਾਡੇ ਦੀਨ ਦੀ ਬਾਤ ਹੈ, ਉਹਨੂੰ ਸਭ ਤੋਂ ਉੱਚਾ ਲਿਜਾਣ ਦੇ ਲਈ ਜੋ ਕੁਝ ਵੀ ਅਸੀਂ ਕਰ ਸਕਦੇ ਹਾਂ ਉਹ ਸਾਨੂੰ ਕਰਨਾ ਉਸ ਅੱਲਾਹ ਤਾਲਾ ਮੁਤਾਬਕ ਵਾਜਿਬ ਹੈ ਜੀ। ਭਇਓ ਨ ਹੈ ਉਹ ਹੈ ਮੋ ਮਨਿੰਦ। ਕਿਉਂਕਿ ਇਹੀ ਕੁਝ ਮੈਂ ਪਹਿਲਾਂ ਤੋਂ ਸੋਚ ਰਿਹਾ ਤੇ ਉਹੀ ਕੁਝ ਮੈਂ ਅਖੀਰ ਕਰਨਾ ਹੈ ਜੀ। ਤਿਮ ਹਿੰਦੁਰ ਮੈਂ ਗੁਰੂ ਸਮਾਨ। ਤੇ ਇਹ ਜਿਹੜੇ ਪੁਰਖ ਅਸੀਂ ਕੈਦ ਕੀਤੇ ਹਨ, ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਇਹ ਸਮੁੱਚੇ ਹਿੰਦੂ ਸਮਾਜ ਅੰਦਰ, ਕਿਉਂਕਿ ਕਸ਼ਮੀਰੀ ਪੰਡਤਾਂ ਨੇ ਬੁਲੰਦ ਆਵਾਜ਼ ਇਸ ਔਰੰਗਜ਼ੇਬ ਦੀ ਸਭਾ ਵਿੱਚ ਆ ਕਰਕੇ ਕਿਹਾ ਸੀ ਕਿ ਜੇਕਰ ਸਾਡੇ ਆਗੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਆਪ ਆਪਣੀ ਸ਼ਰ੍ਹਾ ਵਿੱਚ ਲੈ ਆਉਂਦੇ ਹੋ ਤੇ ਅਸੀਂ ਪੂਰੇ ਹਿੰਦੁਸਤਾਨ ਦਾ ਜਿਤਨਾ ਵੀ ਦਿਜਬਰ ਸਮਾਜ ਹੈ, ਸਨਾਤਨੀ ਮਤ ਹੈ, ਸਾਰਾ ਬਿਨਾਂ ਕਿਸੇ ਸ਼ਰਤ ਤੋਂ ਤੁਹਾਡੇ ਇਸ ਮਜ਼ਹਬ ਨੂੰ ਪ੍ਰਵਾਨ ਕਰ ਲਵਾਂਗੇ। ਤੇ ਇਹ ਗੱਲ ਉਸ ਨੂੰ ਬਹੁਤ ਚੰਗੀ ਲੱਗੀ ਸੀ, ਕਿਉਂਕਿ ਇਕੱਲੇ ਇਕੱਲੇ ਮਨੁੱਖ ਨਾਲ ਲੜਨਾ, ਬਗਾਵਤ ਕਰਨੀ, ਪੂਰੇ ਦੇਸ਼ ਵਿੱਚ ਸ਼ਾਂਤੀ ਫੈਲਾਉਣ ਦੀ ਬਜਾਏ ਇੱਕ ਨੂੰ ਭੈ ਦੇ ਕਰਕੇ ਤੇ ਇਸ ਧਰਮ ਵਿੱਚ ਲਿਆ ਕੇ ਕਹਿਣਾ ਹੋ ਜਾਓ ਸਾਰੇ, ਇਹ ਉਹਦੇ ਲਈ ਤੇ ਬਹੁਤ ਸੌਖਾ ਕੰਮ ਸੀ ਉਸ ਵਕਤ। ਲੇਕਿਨ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਵੀ ਜਿਸ ਪੁਰਖ ਦਾ ਨਾਮ ਲੈ ਰਹੇ ਹਨ ਉਹ ਕੋਈ ਆਮ ਮਨੁੱਖ ਨਹੀਂ ਹੈ, ਉਸ ਨੂੰ ਡਰਾਇਆ ਨਹੀਂ ਜਾ ਸਕਦਾ, ਉਸ ਨੂੰ ਖਰੀਦਿਆ ਨਹੀਂ ਜਾ ਸਕਦਾ, ਉਹ ਬਹੁਤ ਵੱਡੀ ਪਦਵੀ ਦੇ ਮਾਲਕ ਨੇ। ਸੋ ਇਸ ਵਿਦ ਹੁਣ ਇਹ ਕਹਿ ਰਿਹਾ ਹੈ ਕਿ ਮੇਰੇ ਲਈ ਅਹਿਮ ਕੰਮ ਇਹੀ ਹੈ ਤੇ ਮਹਿੰਦਨ ਮੈਂ ਸਕਲ ਸਮਾਜ, ਸਾਰਾ ਹਿੰਦੂ ਸਮਾਜ ਇਹਨਾਂ ਦੇ ਪਿੱਛੇ ਹੈ। ਜੇਕਰ ਇਹ ਸ਼ਰ੍ਹਾ ਦੇ ਧਾਰਨੀ ਨਹੀਂ ਹੁੰਦੇ ਤੇ ਅਸੀਂ ਪੂਰੇ ਹਿੰਦੁਸਤਾਨ ਵਿੱਚ ਕਿਸੇ ਨੂੰ ਵੀ ਸ਼ਰ੍ਹਾ ਵਿੱਚ ਨਹੀਂ ਲਿਆ ਸਕਦੇ। ਤੇ ਇਹੀ ਕੁਝ ਹੋਇਆ। ਸੋ ਇਸ ਵਿਦ ਇਸ ਗੱਲ ਕਰਕੇ ਬਾਦਸ਼ਾਹ ਔਰੰਗਜ਼ੇਬ ਜਿਹੜਾ ਹੈ ਉਹ ਬਹੁਤ ਚਿੰਤਤ ਹੈ ਜੀ। ਨਹੀਂ ਆਨ ਜੇ ਭਿਖੈ ਜਹਾਨ। ਕਿਉਂਕਿ ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਸ਼ਰ੍ਹਾ ਵਿੱਚ ਨਹੀਂ ਲਿਆਂਦੇ ਜਾ ਸਕਦੇ, ਫਿਰ ਅਸੀਂ ਪੂਰੇ ਹਿੰਦੁਸਤਾਨ ਵਿੱਚ ਆਪਣਾ ਇਹ ਜਿਹੜਾ ਧਰਮ ਹੈ ਨਹੀਂ ਵੇਖ ਸਕਦੇ, ਫਿਰ ਬਾਕੀ ਧਰਮ ਵੀ ਰਹਿਣਗੇ। ਕਿਉਂਕਿ ਉਹਨਾਂ ਦਾ ਮੁੱਖ ਮੰਤਵ ਤੇ ਇਹੀ ਹੈ ਕਿ ਪੂਰੇ ਹਿੰਦੁਸਤਾਨ ਦੇਸ਼ ਦੇ ਅੰਦਰ ਇੱਕ ਇਸਲਾਮੀ ਮਤ ਹੋਵੇ, ਦੂਸਰਾ ਕੋਈ ਨਾ ਹੋਵੇ। ਤੇ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਧਰਮ ਪ੍ਰਵਾਨ ਨਹੀਂ ਕਰਦੇ, ਸ਼ਰ੍ਹਾ ਵਿੱਚ ਨਹੀਂ ਆਉਂਦੇ, ਫਿਰ ਇਹ ਉਹਨਾਂ ਦਾ ਇਹ ਜਿਹੜਾ ਕਾਰਜ ਹੈ ਇਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈ ਜੀ। ਕਲਮਾ ਪਠੈ ਏਕ ਏ ਜਬੈ। ਹਾਂ, ਜੇਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਲਮਾ ਪੜ੍ਹ ਲੈਣ, ਭਾਵ ਇਸਲਾਮ ਅੰਦਰ ਆ ਜਾਣ, ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਬਾਦਸ਼ਾਹ ਦੇ ਸਨਮੁਖ ਹੋਕਰ, ਨਾਲ ਹੋਕਰ ਇੱਕ ਵਾਰ ਇਹ ਕਹਿ ਦੇਣ ਵੀ ਅਸੀਂ ਇਸਲਾਮ ਕਬੂਲ ਕੀਤਾ, ਫਿਰ ਬਾਦਸ਼ਾਹ ਪੂਰੇ ਹਿੰਦੁਸਤਾਨ ਨੂੰ ਬਹੁਤ ਜਲਦੀ ਇਸ ਇੱਕੋ ਮਜ਼ਹਬ ਦੇ ਵਿੱਚ ਕਰਨ ਦੀ ਤਾਕਤ ਰੱਖਦਾ ਹੈ। ਮਾਨ ਲਹਿ ਸਿੱਖ ਇਸ ਕੋ ਸਬੈ। ਕਿਉਂਕਿ ਉਹ ਜਾਣਦਾ ਹੈ ਕਿ ਹੁਣ ਸਾਰਾ ਹਿੰਦੂ ਸਮਾਜ ਜਿਤਨਾ ਵੀ ਹੈ, ਜਿਹੜੇ ਤਿਲਕ ਜੰਝੂ ਪਾਉਂਦੇ ਹਨ, ਸੋ ਉਹ ਸਾਰੇ ਇਹਨਾਂ ਦੇ ਪਿੱਛੇ ਹਨ ਤੇ ਇਹਨਾਂ ਦੇ ਕਲਮਾ ਪੜ੍ਹਨ ਦੀ ਦੇਰ ਹੈ। ਪੂਰੇ ਹਿੰਦੁਸਤਾਨ ਵਿੱਚ ਜਿੱਥੇ ਜਿੱਥੇ ਵੀ ਕੋਈ ਇਸ ਮਤ ਨਾਲ ਸੰਬੰਧਿਤ ਬੈਠਾ ਹੈ, ਉਹ ਸਾਰੇ ਇਹਨਾਂ ਦੀ ਗੱਲ ਮੰਨ ਲੈਣਗੇ। ਬਿਨਾਂ ਕਿਸੇ ਮੁਸ਼ੱਕਤ ਤੋਂ ਪੂਰਾ ਹਿੰਦੁਸਤਾਨ ਇਸਲਾਮੀ ਸਮਾਜ ਵਿੱਚ ਕਨਵਰਟ ਹੋ ਜਾਏਗਾ, ਸ਼ਰ੍ਹਾ ਦਾ ਧਾਰਮੀ ਹੋ ਜਾਏਗਾ, ਨਮਾਜ਼ਾਂ ਪੜ੍ਹੇਗਾ, ਕਲਮਾ ਪੜ੍ਹੇਗਾ। ਸੋ ਇਸ ਵਿਦ ਇਹ ਕਾਰਜ ਬਾਦਸ਼ਾਹ ਦੇ ਲਈ ਕਰਨਾ ਜ਼ਰੂਰੀ ਹੈ, ਕਿਉਂਕਿ ਉਹਦੇ ਕੋਲ ਕੇਵਲ ਇੱਕ ਇਹੀ ਰਸਤਾ ਹੈ ਜੀ। ਲੱਖੋ ਲੋਕ ਸਰਾ ਚੱਲ ਪਰੈ। ਤੇ ਮੁਲਾਣੇ ਨੂੰ ਕਹਿ ਰਿਹਾ ਸੀ ਬਾਦਸ਼ਾਹ ਔਰੰਗਜ਼ੇਬ, ਇਹਨਾਂ ਦੇ ਇੱਕ ਦੇ ਇਸਲਾਮ ਵਿੱਚ ਆਉਣ ਦੇ ਨਾਲ ਲੱਖਾਂ ਹਿੰਦੁਸਤਾਨੀ ਸਨਾਤਨੀ ਜਿਹੜੇ ਹਨ ਉਹ ਸ਼ਰ੍ਹਾ ਵਿੱਚ ਆਉਣਗੇ ਜੀ। ਹੇਰ ਹੇਰ ਪੁਨ ਕੋ ਨਹਿ ਅਰੈ। ਕਿਉਂਕਿ ਫਿਰ ਤਾਂ ਵੇਖਾ ਵੇਖੀ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲ ਵੇਖ ਕਰਕੇ ਸਾਰਿਆਂ ਨੇ ਧਰਮ ਤਬਦੀਲ ਕਰ ਲੈਣਾ, ਫਿਰ ਸਾਡੇ ਲਈ ਕੋਈ ਮੁਸ਼ਕਲ ਨਹੀਂ ਹੈ। ਦੀਨ ਮਜਬ ਕੇ ਮੁਖ ਹਮ ਦੋਈ। ਦੀਨ ਮਜਬ ਕੇ ਮੁਖ ਹਮ ਦੋਈ। ਵੇਖੋ ਆਪਣੀ ਤੁਲਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਕਰ ਰਿਹਾ ਇਹ ਸਮੇਂ ਦਾ ਦੁਸ਼ਟ ਬਾਦਸ਼ਾਹ ਸੀ, ਇਉਂ ਕਵਾਂਗੇ। ਇਹ ਕਹਿ ਰਿਹਾ ਦੀਨ ਮਜਬ ਕੇ ਮੁਖ ਹਮ ਦੋਈ। ਇੱਕ ਤੇ ਗੁਰੂ ਤੇਗ ਬਹਾਦਰ ਮਹਾਰਾਜ, ਚਲੋ ਮਹਾਰਾਜ ਕੇ ਜੇ ਜੀਵਨ ਦੀ ਬਾਤ ਕਰਾਂਗੇ ਤੇ ਮਹਾਰਾਜ ਸੱਚਮੁੱਚ ਦੀਨ ਮਜਬ ਦੇ ਮੁਖੀ ਹਨ।
ਉਹ ਕਹਿਣੀ ਤੇ ਕਰਨੀ ਦੇ ਪੂਰੇ ਸਤਿਗੁਰੂ, ਜਿਸ ਕਾਰਨ ਅੜ ਬੈਠੇ ਹਨ ਸਾਰਾ ਸਮਾਜ, ਸਾਰਾ ਸਨਾਤਨੀ ਮਤ। ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਹੈ ਤੇ ਸਾਰਾ ਜੋ ਵੀ ਸਨਾਤਨੀ ਮਤ ਹੈ ਮਹਾਰਾਜ ਜੀ ਕੇ ਬੋਲ ਤੇ ਪਹਿਰਾ ਦੇਵੇਗਾ, ਪਰੰਤੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣਾ ਕਦੇ ਧਰਮ ਤਬਦੀਲ ਨਹੀਂ ਕਰਨਗੇ। ਇਧਰ ਬਾਦਸ਼ਾਹ ਔਰੰਗਜ਼ੇਬ ਕਹਿ ਰਿਹਾ ਸਾਰੇ ਇਸਲਾਮੀ ਮਤ ਦਾ ਮੁਖੀ ਮੈਂ ਆ, ਕਿਉਂਕਿ ਇਹਨੇ ਇੱਕ ਠੇਕਾ ਲਿਆ ਹਿੰਦੁਸਤਾਨ ਦੇਸ਼ ਵਿੱਚ। ਸਭ ਨੂੰ ਇਹਨੇ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਇਸ ਤਖਤ ਤੇ ਬੈਠ ਕਰਕੇ ਪੂਰੇ ਹਿੰਦੁਸਤਾਨ ਦੇਸ਼ ਦੇ ਅੰਦਰ ਇਸਲਾਮ ਫੈਲਾਉਣਾ ਹੈ ਤੇ ਹਰ ਮਨੁੱਖ ਨੂੰ ਇਸਲਾਮੀ ਬਣਾ ਦੇਣਾ ਹੈ। ਇਸੇ ਕਾਰਨ ਕਰਕੇ ਇਹ ਇਸ ਇਸਲਾਮੀ ਮਜ਼ਹਬ ਦਾ ਮੁਖੀ ਮੰਨਦਾ ਹੈ, ਆਪਣੇ ਆਪ ਨੂੰ ਆਗੂ ਮੰਨਦਾ ਹੈ। ਵੈਸੇ ਇਸਲਾਮ ਦਾ ਆਗੂ ਮੁਹੰਮਦ ਸਾਹਿਬ, ਕਿਉਂਕਿ ਉਹਨਾਂ ਨੇ ਜਿਹੜੇ ਨਿਯਮ ਦਿੱਤੇ ਨੇ ਇਸਲਾਮ ਨੂੰ, ਉਹ ਸੱਚਮੁੱਚ ਧਰਮ ਦੇ ਨਿਯਮ ਨੇ। ਜੋ ਨਮਾਜ਼ਾਂ ਨੇ, ਜੋ ਕਲਮਾ ਨੇ, ਰੋਜ਼ੇ ਨੇ, ਜੋ ਨਿਯਮ ਮੁਹੰਮਦ ਸਾਹਿਬ ਨੀਆਂ ਨੇ ਬਣਾ ਕੇ ਦਿੱਤਾ, ਜਿੱਥੋਂ ਇਸ ਧਰਮ ਦੀ ਪ੍ਰਾਰੰਭਤਾ ਹੁੰਦੀ ਹੈ, ਅਸਲ ਆਗੂ ਉਹ ਨੇ। ਲੇਕਿਨ ਇਹ ਆਪਣੇ ਆਪ ਨੂੰ ਇਸ ਧਰਮ ਦਾ ਇੱਕ ਠੇਕੇਦਾਰ ਮੰਨਦਾ ਹੈ ਤੇ ਕਹਿੰਦਾ ਹੈ ਕਿ ਹੁਣ ਜਦੋਂ ਤੱਕ ਮੈਂ ਤਖਤ ਤੇ ਬੈਠਾ, ਬਾਕੀ ਦੇ ਸਾਰੇ ਸਮਾਜ, ਉਹਨਾਂ ਦੇ ਮਨੁੱਖਾਂ ਨੂੰ ਖਤਮ ਕਰਕੇ ਇਸ ਇੱਕ ਹੀ ਧਰਮ ਨੂੰ ਫੈਲਾਉਣਾ ਮੇਰੀ ਮੁੱਖ ਜ਼ਿੰਮੇਵਾਰੀ ਹੈ। ਇਸ ਲਈ ਕਹਿ ਰਿਹਾ ਵੀ ਹੁਣ ਇੱਕ ਪਾਸੇ ਗੁਰੂ ਤੇਗ ਬਹਾਦਰ ਮਹਾਰਾਜ ਸਨਾਤਨੀ ਸਮਾਜ ਦੇ ਅੱਗੇ ਬੈਠੇ ਹਨ ਤੇ ਇਧਰੋਂ ਇਸਲਾਮੀ ਸਮਾਜ ਦੀ ਜ਼ਿੰਮੇਵਾਰੀ ਮੇਰੇ ਪਾਸ ਹੈ। ਤੇ ਇਸਲਾਮੀ ਸਮਾਜ ਨੇ ਇਸ ਨੂੰ ਕਿਹਾ ਹੈ ਵੀ ਬਾਦਸ਼ਾਹ ਇਦਾਂ ਦਾ ਕਾਰਜ ਕਰਨਾ ਜਿੱਥੋਂ ਇਹ ਸਭ ਕੁਝ ਪ੍ਰਾਰੰਭ ਹੋਇਆ ਸੀ। ਸੋ ਵਿਚਾਰ ਰਿਹਾ ਹੈ ਕਿ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਨਾ ਕਰਕੇ ਤੇ ਇਹਨਾਂ ਦਾ ਸਾਰਾ ਮਜ਼ਹਬ ਖਤਮ ਕਰਕੇ ਇਸੇ ਸਮਾਜ ਵਿੱਚ ਲਿਆਉਣਾ ਹੈ ਜੀ। ਜਾਣੀ ਜਾਏ ਕੌਣ ਵਿਦ ਹੋਈ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਣਾ ਹੈ ਇਹਦਾ ਹੁਣ ਪਹਿਲੇ ਤਾਂ ਇਸ ਨੂੰ ਬਿਲਕੁਲ ਵੀ ਨਹੀਂ ਸੀ ਪਤਾ, ਪਰੰਤੂ ਹੁਣ ਕੁਝ ਪਤਾ ਲੱਗਣ ਲੱਗ ਗਿਆ। ਕਿਉਂਕਿ ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਜੀ को गिरफ्तार करके ਲਿਆਂਦਾ ਗਿਆ, ਉਸ ਵਕਤ ਇਹ ਬਾਦਸ਼ਾਹ ਔਰੰਗਜ਼ੇਬ ਤੇ ਸਭ ਮੁਲਾਣੇ ਕਹਿੰਦੇ ਸਨ ਵੀ ਇਹ ਸਾਡੇ ਲਈ ਕੁਝ ਔਖਾ ਨਹੀਂ, 2-4-10 ਦਿਨਾਂ ਦੇ ਵਿੱਚ ਇਹ ਡੰਡੋਰਾ ਪਟਵਾ ਦੇਵਾਂਗੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸਲਾਮ ਕਬੂਲ ਕਰ ਲਿਆ। ਲੇਕਿਨ ਉਹ ਕੁਝ ਹੋਇਆ ਨਹੀਂ। ਸਜ਼ਾਵਾਂ ਦੇਣੀਆਂ ਸ਼ੁਰੂ ਕੀਤੀਆਂ, ਕਸ਼ਟ ਦਿੱਤੇ, ਹੋਰ ਬਹੁਤ ਅਸਹਿ ਤਸੀਹੇ ਕਹਿ ਲਈਏ, ਜੇਲ੍ਹਾਂ ਵਿੱਚ, ਪਿੰਜਰੇ ਵਿੱਚ ਪਾਇਆ, ਉਹ ਹੋਇਆ ਨਹੀਂ। ਹੁਣ ਇਸ ਨੂੰ ਕੁਝ ਦਿਸਣ ਲੱਗਾ ਹੈ ਵੀ ਹੁਣ ਅੱਗੇ ਪਤਾ ਨਹੀਂ ਕੀ ਹੋਣਾ ਹੈ। ਹੁਣ ਇਹਦੇ ਅੰਦਰ ਵੀ ਭੈ ਹੈ। ਪਹਿਲੇ ਮੰਨਦਾ ਸੀ ਕਿ ਸਾਡੇ ਲਈ ਕੁਝ ਔਖਾ ਨਹੀਂ, ਅਸੀਂ ਹੁਕਮਰਾਨ ਹਾਂ, ਤਖਤਾਂ ਦੇ ਮਾਲਕ ਹਾਂ। ਲੇਕਿਨ ਅੱਜ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੰਗ ਇਹਦੇ ਵਾਸਤੇ ਪਏ ਹਨ, ਜਦੋਂ ਮਹਾਰਾਜ ਜੀ ਕੇ ਅੰਦਰ ਦੀ ਦ੍ਰਿੜਤਾ ਨੂੰ ਤੱਕਿਆ ਹੈ, ਹੁਣ ਇਹਦਾ ਮਨ ਸੋਚ ਰਿਹਾ ਹੈ ਵੀ ਹੁਣ ਪਤਾ ਨਹੀਂ ਜਿੱਤ ਕਿਸ ਦੀ ਹੋਣੀ ਹੈ। ਅਸੀਂ ਜਿੱਤਾਂਗੇ ਕਿਉਂਕਿ ਇਹਨੇ ਆਪਣੇ ਮਤ ਦਾ ਪ੍ਰਸਾਰ ਕਰਨਾ ਹੈ, ਜੋ ਜੁਮਾ ਇਸਨੇ ਚੁੱਕਿਆ ਹੈ। इधर गुरु तेग बहादुर महाराज जी की दृढ़ता कमाल दी है। शीस देन तक महाराज बात कर लेंदे हैं, लेकिन धर्म तब्दील लई कदी भी राजी नहीं हैं। सो हुण ये सोच रहा जानी जाए किसकी हो, भी ये नहीं पता भी हुण जित किस दी हुंदी है जी। इस बिद करे जे मानै नाहे, ते कह रहा सी मुलाणियां नूं भी इस बिद, ये सब कुछ कहण तो बाद, यतन करन तो बाद भी जेकर गुरु तेग बहादुर महाराज साडी बात नहीं मनदे हन, करामात दे पाखो ताहे। दूसरा फिर उन्हां नूं कह देना जे धर्म तब्दील नहीं करना है ना, फिर सानूं निश्चय ही करामात विखाउणी पैणी है, क्योंकि इस्लाम करामात का कायल है। जेकर तुसी करामात विखा देंदे हो तो असीं कहांगे ये करामाती नहीं, ते करामाती नूं छेड़दे नहीं हैं। सो दूसरी शर्त है, जे धर्म तब्दील नहीं करना तो फिर निश्चय ही सानूं करामात दिखाउणी पवेगी। सुन दोनों औरंग ते गए। इस विद ना एक मुलाना ते एक ओदा उमराव मंत्री जो है, ਉਹ ਆਪਣੇ ਬਾਦਸ਼ਾਹ ਔਰੰਗਜ਼ੇਬ ਤੋਂ ਇਹ ਸਾਰੀ ਬਾਤ ਨੂੰ ਬੜੀ ਬਰੀਕੀ ਨਾਲ ਸੁਣ ਕਰਕੇ, ਸਮਝ ਕਰਕੇ ਤੇ ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਜਾਂਦੇ ਹਨ। ਪਹੁੰਚੇ ਗੁਰੈ ਬਿਲੋਕਤ ਭਏ। ਫਿਰ ਉਸ ਸਥਾਨ ਤੇ ਪਹੁੰਚਦੇ ਹਨ ਜਿਸ ਸਥਾਨ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੈਦ ਪਾਇਆ ਹੋਇਆ ਹੈ ਜੀ। ਬੈਠੇ ਬਦਨ ਪ੍ਰਸੰਨ ਅਦੀਨਾ। ਤੇ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ ਜਿਸ ਸਥਾਨ ਤੇ ਮਹਾਰਾਜ ਪਿੰਜਰੇ ਦੇ ਅੰਦਰ ਕੈਦ ਸਨ, महाराज जी के सन्मुख जाकर के बहुत प्रसन्न होकर के बैठे, क्योंकि बादशाह लोग ऐसा करते हैं, बैठे बदन प्रसन्न अधीना। महाराज जी के सन्मुख बड़ा जिवें अपने राज तेज के नशे के अंदर जाकर के बैठते हैं। नहीं कैद को दुख कछ चीना। ते उधर उस तरह ही गुरु तेग बहादुर महाराज जी जिस वे प्रसन्न बैठे हैं ते निगाह महाराज जी के मुख ते पैंदी है,
ਕੀ ਵੇਖਦੇ ਹਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਉਸੇ ਮੌਜ ਵਿੱਚ ਹੀ ਉਸ ਪਿੰਜਰੇ ਅੰਦਰ ਹਨ। ਉਹਨਾਂ ਨੂੰ ਵੀ ਮੁੱਖ ਦੇ ਉੱਪਰ ਕੋਈ ਰੰਚਕ ਮਾਤਰ ਦੁੱਖ ਨਹੀਂ ਹੈ ਵੀ ਜੇ ਕੈਦ ਵਿੱਚ ਪਾਇਆ ਹੈ। ਤੇ ਜਦੋਂ ਐਸਾ ਇਹਨਾਂ ਨੇ ਵੇਖਿਆ, ਹੁਣ ਜਿਹੜੀ ਇਹਨਾਂ ਦੀ ਪ੍ਰਸੰਨਤਾ ਸੀ ਉਹ ਝੂਠੀ ਸੀ। ਮਹਾਰਾਜ ਜੀ ਤੇ ਇੱਕ ਰਸ ਬੈਠੇ ਸਨ। ਉਸ ਵਕਤ ਤੇ ਹੋਰ ਵਿਆਕੁਲ ਹੋ ਗਿਆ ਵੀ ਲੱਗਦਾ ਨਹੀਂ ਜੋ ਮਤਾ ਲੈ ਕਰਕੇ ਆਏ ਆ ਗੁਰਦੇਵ ਇਸ ਨੂੰ ਪ੍ਰਵਾਨ ਕਰਨਗੇ। ਸੋ ਇਸ ਵੇਲੇ ਜਿਵੇਂ ਮਹਾਰਾਜ ਜੀ ਕੇ ਸਾਥ ਵਾਰਤਾਲਾਪ ਕਰਦੇ ਹਨ, ਖਰੇ ਭਏ ਦੇਖਤ ਬਿਸਮਾਏ। ਜਿਵੇਂ ਪਾਸ ਗਏ ਮਹਾਰਾਜ ਜੀ ਕੇ, ਜਿਵੇਂ ਮਹਾਰਾਜ ਜੀ ਕੇ ਮੁਖ ਦੀ ਨੁਹਾਰ ਵੇਖੀ, ਫਿਰ ਉਸੇ ਵਕਤ ਫਟਾਫਟ ਉੱਠ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਿੰਜਰੇ ਪਾਸ ਗਏ। ਵੇਖ ਕਰਕੇ ਹੈਰਾਨ ਹੋ ਗਏ ਹਨ। ਦੇਖਤ ਬਿਸਮਾਏ, ਪਹਿਲੇ ਪ੍ਰਸੰਨ ਹੋ ਰਹੇ ਸਨ, ਹੁਣ ਮਹਾਰਾਜ ਜੀ का ਮੁਖ ਦੇਖ ਕਰਕੇ, ਪ੍ਰਸੰਨਤਾ ਦੇਖ ਕਰਕੇ ਹੈਰਾਨ ਹੋ ਗਏ ਹਨ। ਕਹਿਓ ਸਾ ਤੁਮ ਨਿਕਟ ਪਠਾਏ। ਫਿਰ ਜੋ ਪ੍ਰਸਤਾਵ ਬਾਦਸ਼ਾਹ ਦਾ ਲੈ ਕਰਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਪਹੁੰਚੇ ਹਨ, ਜਿਵੇਂ ਪਹੁੰਚਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸਨਮੁਖ ਵਾਰਤਾਲਾਪ ਰੱਖਦੇ ਹਨ, ਬਾਤ ਰੱਖਦੇ ਹਨ, ਵਾਰਤਾਲਾਪ ਕਰਦੇ ਹਨ ਵੀ ਬਾਦਸ਼ਾਹ ਨੇ ਅੱਜ ਫਿਰ ਸਾਨੂੰ ਤੁਹਾਡੇ ਪਾਸ ਭੇਜਿਆ ਹੈ, ਕੁਝ ਬਾਤ ਕਰਨੀ ਹੈ ਜੀ। ਕਹਿਓ ਤੁਮ ਕਸ਼ਟ ਸਯੋ ਚਿਰਕਾਲ। ਕਿਉਂਕਿ ਬਾਦਸ਼ਾਹ ਕਹਿ ਰਿਹਾ ਹੈ ਕਿ ਤੁਹਾਨੂੰ ਇਸ ਸਥਾਨ ਤੇ, ਇਸ ਕੈਦ ਵਿੱਚ ਇਹ ਕਸ਼ਟ ਭੋਗਦਿਆਂ ਹੋਇਆਂ ਬਹੁਤ ਸਮਾਂ ਬਤੀਤ ਹੋ ਚੁੱਕਾ ਹੈ। ਨਿਰੰਤਰ ਕਿਤਨੇ ਮਹੀਨੇ ਬਤੀਤ ਕਰ ਚੁੱਕੇ ਹੋ ਆਪ, ਇਹੀ ਕਸ਼ਟ ਜਿਹੜਾ ਹੈ ਭੋਗ ਰਹੇ ਹੋ ਜੀ। ਕਹਿਓ ਹਠ ਤਾਰਿਓ ਹਿਰਦੈ ਵਿਸਾਲ। ਤੇ ਮੁਲਾਣਾ ਜੀ ਕਹਿਣ ਲੱਗੇ ਕਿਉਂ ਐਵੇਂ ਹੱਠ ਕਰਕੇ ਬੈਠੇ ਹੋ? ਇਤਨਾ ਹੱਠ ਕਰਨਾ ਤੇ ਉਹ ਵੀ ਸਮੇਂ ਦੇ ਹੁਕਮਰਾਨ ਬਾਦਸ਼ਾਹਾਂ ਦੇ ਨਾਲ, ਇਹ ਕੋਈ ਚੰਗੀ ਗੱਲ ਥੋੜਾ। ਹੱਠ ਛੱਡੋ, ਬਾਦਸ਼ਾਹ ਨਾਲ ਸਹਿਮਤੀ ਪ੍ਰਗਟਾਓ। ਹੱਠ ਛੱਡੋ, ਜੋ ਕੁਝ ਬਾਦਸ਼ਾਹ ਕਹਿ ਰਿਹਾ ਉਹਦੇ ਨਾਲ ਤੁਸੀਂ ਆਪਣੀ ਸਹਿਮਤੀ ਰੱਖੋ, ਉਹ ਬਾਤ ਤੁਸੀਂ ਮੰਨ ਲਓ, ਤੁਹਾਡੀ ਬਾਦਸ਼ਾਹ ਮੰਨ ਲੈਂਦਾ, ਸਾਰੀ ਗੱਲ ਹੀ ਖਤਮ, ਕਸ਼ਟ ਵੀ ਖਤਮ। ਸੋ ਇਸ ਢੰਗ ਦੇ ਨਾਲ ਇਹ ਜਿਹੜੀ ਵਿਚਾਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੰਗ ਕਰ ਰਹੇ ਹਨ। ਕਹਿਓ ਨਾ ਭੋਗੋ ਐਸ ਅਨੇਕ। ਤੇ ਕਹਿਣ ਲੱਗੇ ਜੇ ਬਾਦਸ਼ਾਹ ਨਾਲ ਤੁਸੀਂ ਸਹਿਮਤੀ ਪ੍ਰਗਟਾਉਂਦੇ ਹੋ, ਬਾਦਸ਼ਾਹ ਦੀ ਕਹੀ ਹੋਈ ਬਾਤ ਨੂੰ ਮੰਨਦੇ ਹੋ, ਫਿਰ ਸੱਚਮੁੱਚ ਇਹ ਦੁੱਖ ਨਹੀਂ ਭੋਗਣਾ ਪਵੇਗਾ, ਇਹ ਕੈਦ ਵਿੱਚ ਨਹੀਂ ਬੈਠਣਾ ਪਵੇਗਾ, ਇਹ ਤਸ਼ੱਦਦ ਨਹੀਂ ਹੋਣਗੇ, ਫਿਰ ਤੇ ਤੁਹਾਡੇ ਲਈ ਐਸ਼ ਹੀ ਐਸ਼ ਹੈ। ਕਿਉਂ ਨਾ ਭੋਗੋ ਐਸ਼ ਅਨੇਕ। ਤੇ ਜਿਨ੍ਹਾਂ ਲਈ ਇਤਨੀ ਵੱਡੀ ਪੇਸ਼ਕਸ਼ ਹੋ ਰਹੀ ਹੈ, ਸਮੇਂ ਦਾ ਹੁਕਮਰਾਨ ਬਾਦਸ਼ਾਹ ਖੁਦ ਕਹਿ ਰਿਹਾ ਵੀ ਮੈਂ ਇਹ ਸਭ ਕੁਝ ਦੇਣ ਲਈ ਤਿਆਰ ਹੈ, ਕਿਉਂਕਿ ਭਾਵੇਂ ਅਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਾਥ ਬਾਤ ਕਰਨੀ ਹੈ, ਲੇਕਿਨ ਇਹ ਤੇ ਬਾਦਸ਼ਾਹ ਦੇ ਦਿਲ ਦੀ ਬਾਤ ਸਾਰੀ ਸੁਣ ਆਏ ਹਨ। ਜਦੋਂ ਉਸਨੇ ਕਹਿ ਦਿੱਤਾ ਵੀ ਮੈਂ ਆਪਣੀ ਪੁੱਤਰੀ ਦਾ ਰਿਸ਼ਤਾ ਵੀ ਇਹਨਾਂ ਨੂੰ ਦੇ ਦੇਵਾਂਗਾ ਜੇਕਰ ਇਹ ਮੇਰੀ ਬਾਤ ਮੰਨਣ ਲਈ ਤਿਆਰ ਹਨ, ਤਾਂ ਇਸ ਤੋਂ ਵੱਡੀ ਐਸ਼ ਹੋਰ ਕੀ ਹੋ ਸਕਦੀ ਹੈ? ਕਿਉਂਕਿ ਉਹ ਸੰਸਾਰਿਕ ਵ੍ਰਿੱਤੀ ਦੇ ਮਾਲਕ ਨੇ, ਉਹਨਾਂ ਲਈ ਤਾਂ ਸੰਸਾਰ ਦਾ ਦੁੱਖ ਸੁੱਖ ਹੀ ਸਭ ਕੁਝ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਕਹਿ ਰਹੇ ਨੇ ਵੀ ਤੁਹਾਡੇ ਲਈ ਤੇ ਬਹੁਤ ਐਸ਼ਾ ਹੀ ਐਸ਼ਾ ਨੇ, ਤੁਸੀਂ ਤੇ ਐਵੇਂ ਹੀ ਇੱਥੇ ਦੁੱਖ ਭੋਗ ਰਹੇ ਹੋ, ਬਾਦਸ਼ਾਹ ਦੀ ਬਾਤ ਮੰਨੋ ਤੇ ਅਨੇਕਾਂ ਜੀਵਨ ਦੀਆਂ ਐਸ਼ਾਂ ਮਾਣੋ ਜੀ। ਕਹਿਓ ਨਾ ਗੋ ਸਾ ਕੀ ਟੇਕ। ਕਿਉਂ ਨਾ ਗਹੋ ਸ਼ਾਹ ਕੀ ਟੇਕ, ਭਾਵ ਤੁਸੀਂ ਤੇ ਵਿਅਰਥ ਦੀ ਵਿਰੋਧਤਾ ਵਿੱਚ ਫਸੇ ਹੋਏ ਹੋ। ਬਾਦਸ਼ਾਹ ਦਾ ਆਸਰਾ ਲਵੋ, ਉਹਦੇ ਨਾਲ ਹਮਾਇਤ ਕਰੋ, ਉਹਨਾਂ ਦੀ ਬਾਤ ਮੰਨੋ ਤੇ ਜ਼ਿੰਦਗੀ ਦਾ ਜੋ ਵੀ ਸੁੱਖ ਆਨੰਦ ਹੈ ਉਹ ਆਪ ਮਾਣੋ ਜੀ। ਲੱਖੋ ਲੋਕ ਸਰਾਮੈ ਆਏ। ਤੇ ਨਾਲ ਹੀ ਇਹ ਮੌਲਾਣਾ ਜੀ ਕਹਿਣ ਲੱਗੇ ਕਿ ਆਪ ਜੀਓ ਦੇ ਮੰਨਣ ਨਾਲ ਸਾਰੇ ਹਿੰਦੁਸਤਾਨ ਦੇ ਲੱਖਾਂ ਲੋਕ ਨੇ ਜੋ ਆਪ ਜੀ ਕੇ ਪਿੱਛੇ ਨੇ, ਉਹ ਸਾਰੇ ਦੇ ਸਾਰੇ ਸ਼ਰ੍ਹਾ ਵਿੱਚ ਆ ਜਾਣਗੇ। ਪਰੰਤੂ ਆਉਣਗੇ ਕਿਵੇਂ? ਜੇ ਪਹਿਲੇ ਆਪ ਸ਼ਰ੍ਹਾ ਪ੍ਰਵਾਨ ਕਰਦੇ ਹੋ। ਉਹ ਸਾਰੇ ਕਿੱਦਾਂ ਇਸ ਧਰਮ ਵਿੱਚ ਆਉਣਗੇ? ਜੇ ਪਹਿਲੇ ਆਪ ਇਸ ਧਰਮ ਨੂੰ ਪ੍ਰਵਾਨ ਕਰਦੇ ਹੋ। ਬਸ ਗੱਲ ਇੱਥੇ ਹੀ ਅੜੀ ਹੋਈ ਹੈ, ਆਪ ਸ਼ਰ੍ਹਾ ਨੂੰ ਪ੍ਰਵਾਨ ਕਰ ਲਵੋ, ਸਾਰੇ ਹਿੰਦੁਸਤਾਨ ਦੇ ਸਨਾਤਨੀ ਮਨੁੱਖ ਸ਼ਰ੍ਹਾ ਵਿੱਚ ਆਉਣਗੇ ਜੀ। ਸੋ ਸਗਰੇ ਹਜ਼ਰਤ ਵਡਿਆਏ। ਤੇ ਇਹ ਕੋਈ ਛੋਟੀ ਬਾਤ ਥੋੜਾ ਹੈ ਨਾ, ਆਪ ਜੀਓ ਕੇ ਮੰਨਣ ਦੇ ਨਾਲ ਜੇਕਰ ਸਾਰਾ ਹਿੰਦੁਸਤਾਨ ਸ਼ਰ੍ਹਾ ਵਿੱਚ ਆ ਜਾਂਦਾ ਹੈ। ਤੇ ਮੌਲਾਣਾ ਜੀ ਕਹਿਣ ਲੱਗੇ ਗੁਰੂ ਤੇਗ ਬਹਾਦਰ ਮਹਾਰਾਜ, ਇਹ ਫਿਰ ਬਾਦਸ਼ਾਹ ਹਜ਼ਰਤ ਤੁਹਾਡੇ ਤੇ ਕਿੰਨਾ ਪ੍ਰਸੰਨ ਹੋਵੇਗਾ। ਲਾਲਚ ਦੇ ਰਹੇ ਨੇ ਨਾ, ਤੇ ਆਪਣੇ ਢੰਗ ਨਾਲ ਮਹਾਰਾਜ ਜੀ ਕੇ ਸਨਮੁਖ ਰੱਖ ਰਹੇ ਨੇ ਬਾਤ। ਫਿਰ ਇਹ ਦੇਖੋ ਵੀ ਤੁਹਾਡੇ ਸ਼ਰ੍ਹਾ ਦੇ ਵਿੱਚ ਆਉਣ ਦੇ ਨਾਲ ਪੂਰੇ ਹਿੰਦੁਸਤਾਨ ਦੇ ਲੱਖਾਂ ਲੋਕ ਜਦੋਂ ਇਸ ਧਰਮ ਵਿੱਚ ਆਉਣਗੇ ਤੇ ਸੱਚਮੁੱਚ ਬਾਦਸ਼ਾਹ ਤੇ ਤੁਹਾਨੂੰ ਕੋਈ ਕਮੀ ਛੱਡੇਗਾ ਹੀ ਨਹੀਂ। ਉਹ ਤੇ ਧਨ ਕੀ, ਪਦਵੀ ਕੀ, ਰਾਜ ਕੀ, ਸਾਜ ਕੀ, ਸਭ ਕੁਝ ਤੁਹਾਡੇ ਚਰਨਾਂ 'ਚ ਹਾਜ਼ਰ ਕਰ ਦੇਗਾ। ਬਸ ਇੱਕ ਬਾਤ ਬਾਦਸ਼ਾਹ ਦੀ ਤੁਸੀਂ ਮੰਨ ਲਓ ਜੀ। ਤੁਮੈ ਸ਼੍ਰੋਮਣ ਸਭ ਕੋ ਕਰੈ। ਕਿਉਂਕਿ ਬਾਦਸ਼ਾਹ ਨੇ ਤੁਹਾਨੂੰ ਸਭ ਦਾ ਸ਼੍ਰੋਮਣੀ ਮੰਨਿਆ ਹੈ, ਆਗੂ ਮੰਨਿਆ ਹੈ। ਸਾਰਾ ਹਿੰਦੁਸਤਾਨੀ ਸਮਾਜ, ਸਨਾਤਨੀ ਸਮਾਜ ਆਪ ਜੀ ਦੇ ਪਿੱਛੇ ਹੈ। ਆਪ ਜੋ ਕਰੋਗੇ
ਉਹ ਸਾਰੇ ਦੇ ਸਾਰੇ ਹਿੰਦੁਸਤਾਨੀ ਸਨਾਤਨੀ ਸਮਾਜ ਹਿੰਦੂ ਲੋਕ ਕਰਨਗੇ, ਤੇ ਜੋ ਆਪ ਕਰੋਗੇ ਉਹ ਬਾਦਸ਼ਾਹ ਨੂੰ ਚੰਗਾ ਲੱਗਦਾ। ਆਪ ਬਾਦਸ਼ਾਹ ਅਨੁਸਾਰੀ ਹੋ ਜਾਵੋ, ਸਾਰਾ ਹਿੰਦੁਸਤਾਨ ਸਨਾਤਨੀ ਸਮਾਜ ਆਪ ਜੀ ਦੇ ਅਨੁਸਾਰੀ ਹੈ। ਗੱਲ ਕੁਝ ਔਖੀ ਨਹੀਂ ਹੈ। ਸਾਰਾ ਆਪ ਵੀ ਸੁੱਖ ਲਓਗੇ, ਬਾਦਸ਼ਾਹ ਵੀ ਆਨੰਦ ਵਿੱਚ ਹੈ, ਤੇ ਵਿਗਾੜ ਵੀ ਖਤਮ ਹੋ ਜਾਣਗੇ ਜੀ। ਕਹਿ ਜੋ ਸਾਹੋ ਨਾ ਪੁਨ ਕਬ ਫਿਰੈ। ਤੇ ਨਾਲ ਹੀ ਨਾ ਮੌਲਾਨਾ ਜੀ ਕਹਿ ਰਹੇ ਸਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਡਾ ਬਾਦਸ਼ਾਹ ਬੜਾ ਦਰਿਆ ਦਿਲ ਹੈ। ਕਿਉਂਕਿ ਅਕਸਰ ਜੇ ਅਸੀਂ ਬਾਤ ਕਰੀਏ, ਜਿਹੜੇ ਨਫਰ ਹੁੰਦੇ ਨੇ ਨਾ ਨੌਕਰ, ਉਹਨਾਂ ਤੇ ਆਪਣੇ ਮਾਲਕਾਂ ਨੂੰ ਸੁਲਾਉਣਾ ਹੁੰਦਾ ਹੈ। ਇਹਦੇ 'ਚ ਕੋਈ ਦੁਰਾਵਾ ਨਹੀਂ ਹੈ, ਗਲਤ ਵੀ ਨਹੀਂ ਹੈ, ਕਿਉਂਕਿ ਅਸੀਂ ਇਸ ਨੂੰ ਗਲਤ ਨਹੀਂ ਕਹਿ ਸਕਦੇ। ਨੌਕਰ ਜੇ ਆਪਣੇ ਮਾਲਕ ਦੀ ਬਦਨਾਮੀ ਕਰਦਾ ਫਿਰ ਉਹ ਬਹੁਤ ਵੱਡਾ ਦੋਸ਼ੀ ਮੰਨਿਆ ਜਾਂਦਾ ਹੈ, ਕਿਉਂਕਿ ਉਸ ਦਾ ਹਰ ਵਕਤ ਲੂਣ ਖਾਂਦਾ। ਸੋ ਇੱਥੇ ਮੌਲਾਨਾ ਜੀ ਨਾ ਆਪਣੇ ਬਾਦਸ਼ਾਹ ਦੀ ਵਡਿਆਈ ਕਰ ਰਹੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਨਮੁਖ ਕਹਿਣ ਲੱਗੇ, ਕਹਿ ਜੋ ਸ਼ਾਹ ਨਾ ਪੁਨ ਕਬ ਫਿਰੈ। ਸਾਨੂੰ ਸਾਡੇ ਬਾਦਸ਼ਾਹ ਦਾ ਪਤਾ ਹੈ, ਜੋ ਕੁਝ ਇੱਕ ਵਾਰ ਮੁਖ ਤੋਂ ਕਹਿ ਦਿੰਦੇ ਨੇ, ਕਦੀ ਵੀ ਫਿਰ ਉਹ ਆਪਣੇ ਵਚਨ ਤੋਂ ਫਿਰਦੇ ਨਹੀਂ ਨੇ। ਇਹ ਉਹ ਕਹਿ ਰਹੇ ਨੇ, ਵਰਨਾ ਇਤਿਹਾਸ ਇਸ ਗੱਲ ਦੀ ਗਵਾਹੀ ਬਿਲਕੁਲ ਨਹੀਂ ਦਿੰਦਾ, ਕਿਉਂਕਿ ਜਿੰਨਿਆਂ ਵਚਨਾਂ ਤੋਂ ਬਾਦਸ਼ਾਹ ਔਰੰਗਜ਼ੇਬ ਫਿਰਿਆ ਹੈ, ਪਿੱਛੇ ਅਸੀਂ ਕੁਝ ਇਤਿਹਾਸ ਵਿੱਚ ਝਾਤ ਮਾਰ ਕੇ ਆਏ ਹਾਂ। ਬਾਦਸ਼ਾਹ ਔਰੰਗਜ਼ੇਬ ਨੇ ਕਿਤਨੇ ਐਸੇ ਕਤਲ ਕਰਵਾ ਦਿੱਤੇ ਜਿਨ੍ਹਾਂ ਨਾਲ ਪਹਿਲਾਂ ਵਾਅਦੇ ਕੀਤੇ ਸਨ। ਚਲੋ ਅਜੇ ਉਹ ਅੱਗੇ ਇਤਿਹਾਸ ਆਵੇਗਾ ਵੈਸੇ, ਪਰੰਤੂ ਇੱਕ ਤਾਂ ਬਹੁਤ ਹੀ ਵੱਡਾ ਪ੍ਰਮਾਣ ਸਾਡੇ ਇਤਿਹਾਸ ਵਿੱਚ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਜੀਵਨ ਵਿੱਚ ਜਦੋਂ ਕਿਲੇ ਨੂੰ ਘੇਰਾ ਪਾਇਆ, ਇਸ ਬਾਦਸ਼ਾਹ ਨੇ ਕੁਰਾਨ ਦੀ ਕਸਮ ਖਾ ਕੇ ਉਹ ਕਸਮ ਤੋੜੀ ਹੋਈ ਹੈ। ਉਹ ਸਾਰਾ ਹਵਾਲਾ ਸਾਡੇ ਇਤਿਹਾਸ ਵਿੱਚ ਹੈ। ਸੋ ਇਸ ਤੋਂ ਵੱਡੀ ਫਿਰਨ ਵਾਲਾ ਪ੍ਰਮਾਣ ਸਾਨੂੰ ਹੋਰ ਕੋਈ ਚਾਹੀਦਾ ਹੀ ਨਹੀਂ ਹੈ। ਲੇਕਿਨ ਇੱਥੇ ਉਹਦੇ ਨੌਕਰ, ਉਹ ਮੌਲਾਨੇ ਬਾਦਸ਼ਾਹ ਦੀ ਵਡਿਆਈ ਕਰ ਰਹੇ ਨੇ, ਤੇ ਉਹਨਾਂ ਨੂੰ ਕਰਨੀ ਵੀ ਚਾਹੀਦੀ ਹੈ, ਇਸ ਨੂੰ ਅਸੀਂ ਗਲਤ ਨਹੀਂ ਕਵਾਂਗੇ। ਸੋ ਉਹ ਕਹਿ ਰਹੇ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਕਿ ਜਿਹੜਾ ਸਾਡਾ ਬਾਦਸ਼ਾਹ ਔਰੰਗਜ਼ੇਬ ਹੈ, ਉਹ ਇਤਨਾ ਦੀਨ ਮਜ਼ਹਬ ਦਾ ਪੱਕਾ ਹੈ ਕਿ ਜੋ ਕੁਝ ਕਹਿੰਦਾ ਹੈ ਉਹ ਕਰਦਾ ਹੈ, ਫਿਰਦਾ ਨਹੀਂ ਹੈ। ਕਿ ਜੇ ਆਪ ਉਹਨਾਂ ਦੀ ਹਮਾਇਤ ਕਰੋਗੇ, ਫਿਰ ਉਹ ਤੁਹਾਡੇ ਨਾਲ ਅੱਛਾ ਸਲੂਕ ਕਰਨਗੇ, ਤੁਹਾਨੂੰ ਰਾਜ ਭਾਗ ਦੇਣਗੇ, ਧਨ ਦੇਣਗੇ, ਆਪਣੀ ਪੁੱਤਰੀ ਦਾ ਵਿਆਹ ਤੁਹਾਡੇ ਨਾਲ ਕਰ ਦੇਣਗੇ। ਸ਼ਰਤ ਬਸ ਇੱਕ ਹੀ ਹੈ ਕਿ ਉਹ ਚਾਹੁੰਦੇ ਨੇ ਪੂਰੇ ਹਿੰਦੁਸਤਾਨ ਦੇਸ਼ ਦੇ ਅੰਦਰ ਕੇਵਲ ਇੱਕ ਇਸਲਾਮੀ ਸ਼ਰ੍ਹਾ ਹੋਵੇ, ਕੇਵਲ ਇੱਕ ਹੀ ਧਰਮ ਹੋਵੇ। ਇਸ ਵਿਦਨਾ ਜੋ ਪੇਸ਼ਕਸ਼ ਅੱਜ ਅਖੀਰ ਬਾਦਸ਼ਾਹ ਨੇ ਕੀਤੀ ਹੈ, ਉਹ ਉਸ ਦੇ ਅਹਿਲਕਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਨਮੁਖ ਲਿਆ ਕਰ ਰੱਖ ਰਹੇ ਸਨ। ਦੁਖਤਰ ਆਦ ਦੇਨ ਜਿਨ ਮਾਨੀ। ਤੇ ਵੀ ਕਹਿ ਦਿੱਤਾ, ਦੁਖਤਰ ਆਦ ਦੇਨ ਦਿਨ ਮਾਨੀ, ਜਿਸ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਦੇਣ ਦੇ ਲਈ ਤੁਹਾਡੇ ਨਾਲ ਹਾਂ ਕਰ ਦਿੱਤੀ ਹੈ, ਰਾਜ਼ੀ ਹੋ ਗਿਆ ਹੈ ਜੀ। ਅਪਰ ਦੇਨ ਕੀ ਕਹਾਂ ਕਹਾਣੀ। ਤੇ ਜਦੋਂ ਇੱਕ ਬਾਦਸ਼ਾਹ ਕਿਸੇ ਲਈ ਇਹ ਪੇਸ਼ਕਸ਼ ਕਰ ਦੇਵੇ, ਜਦੋਂ ਇੱਕ ਬਾਦਸ਼ਾਹ ਕਿਸੇ ਲਈ ਇਹ ਪੇਸ਼ਕਸ਼ ਕਰ ਦੇਵੇ, ਫਿਰ ਉਹਦੇ ਪਿੱਛੇ ਕੀ ਰਹਿ ਜਾਂਦਾ ਹੈ। ਵੇਖੋ, ਅਸੀਂ ਇਤਿਹਾਸ ਪੜ੍ਹਦੇ ਹਾਂ ਨਾ ਹਿੰਦੁਸਤਾਨ ਦਾ, ਉੱਥੋਂ ਸਾਨੂੰ ਇੱਕ ਬਾਤ ਬੜੇ ਕਮਾਲ ਦੀ ਮਿਲਦੀ ਹੈ। ਜਦੋਂ ਕੋਈ ਦੋ ਵੱਡੇ ਬਾਦਸ਼ਾਹ ਲੜਦੇ ਸਨ ਨਾ, ਤੇ ਉਹਨਾਂ ਚੋਂ ਇੱਕ ਹਾਰ ਜਾਂਦਾ ਸੀ। ਇੱਕ ਜਿਹੜਾ ਹਾਰਦਾ ਸੀ, ਫਿਰ ਉਸ ਨੂੰ ਬੰਦੀ ਬਣਾਇਆ ਜਾਂਦਾ ਸੀ, ਜਾਂ ਕਤਲ ਕੀਤਾ ਜਾਂਦਾ ਸੀ, ਜਾਂ ਸਜ਼ਾਏ ਮੌਤ ਦਿੱਤੀ ਜਾਂਦੀ ਸੀ। ਫਿਰ ਉਹ ਜਿੱਤੇ ਹੋਏ ਪਾਸ ਤੋਂ ਪ੍ਰਾਣਦਾਨ ਮੰਗਦਾ ਸੀ, ਰਾਜਦਾਨ ਮੰਗਦਾ ਸੀ, ਵੀ ਮੈਨੂੰ ਬਖਸ਼ ਦੇਵੋ, ਮੇਰੇ ਤੋਂ ਕੋਈ ਧਨ ਲੈ ਲਓ, ਕੋਈ ਹੋਰ ਕੁਝ ਵੀ ਤੁਸੀਂ ਲੈ ਲਓ, ਪਰ ਮੈਨੂੰ ਇੱਦਾਂ ਮੌਤ ਦੇ ਘਾਟ ਨਾ ਉਤਾਰੋ, ਕੈਦ ਨਾ ਪਾਓ। ਫਿਰ ਅਖੀਰ ਜਿੱਥੇ ਫੈਸਲਾ ਹੁੰਦਾ ਸੀ ਨਾ ਹਾਰੇ ਹੋਰੇ ਦਾ, ਉਹ ਇਹੀ ਫੈਸਲਾ ਹੁੰਦਾ ਸੀ ਵੀ ਆਪਣੀ ਪੁੱਤਰੀ ਦਾ ਰਿਸ਼ਤਾ ਤੂੰ ਇਸ ਬਾਦਸ਼ਾਹ ਨਾਲ ਕਰ ਦੇ। ਐਸੇ ਇਤਿਹਾਸ ਦੇ ਬਹੁਤ ਸਾਰੇ ਹਵਾਲੇ, ਜਹਾਂਗੀਰ ਦੇ ਵੇਲੇ ਤੋਂ ਹੀ ਇਹ ਕੁਝ ਬਹੁਤ ਚੱਲਦਾ ਹੋਇਆ। ਅਕਬਰ ਨੇ ਬਹੁਤ ਐਸਾ ਕੁਝ ਕੀਤਾ, ਜਿਹੜੇ ਰਾਜ ਫਤਿਹ ਕੀਤੇ, ਉਹਨਾਂ ਰਾਜਾਂ ਦੀਆਂ ਰਾਜਿਆਂ ਦੀਆਂ ਜਿਹੜੀਆਂ ਕਨਿਆਵਾਂ ਸਨ, ਉਹਨਾਂ ਨੂੰ ਵਿਆਹ ਕੇ ਆਪਣੇ ਘਰ ਪਾ ਲਿਆ, ਤੇ ਉਹਨਾਂ ਨੂੰ ਫਿਰ ਉਸੇ ਤਖਤਾਂ ਤੇ ਬਿਠਾ ਕੇ ਆ ਗਿਆ। ਇਹਦਾ ਮਤਲਬ ਕਿ ਹਾਰੇ ਹੋਏ ਨੇ ਇਸ ਵਿਧ ਪੇਸ਼ਕਸ਼ ਕਰ ਦਿੱਤੀ, ਆਪਣੀ ਜਾਨ, ਆਪਣਾ ਰਾਜ, ਆਪਣਾ ਦੇਸ਼ ਬਚਾਉਣ ਦੇ ਲਈ ਆਪਣੀ ਪੁੱਤਰੀ ਉਸ ਰਾਜੇ ਨੂੰ ਦੇ ਦਿੱਤੀ। ਇੱਥੇ ਬਾਦਸ਼ਾਹ ਔਰੰਗਜ਼ੇਬ ਇਹ ਪੇਸ਼ਕਸ਼ ਕਰ ਰਿਹਾ। ਇੱਥੋਂ ਵੀ ਕੁਝ ਨਾ ਕੁਝ ਸਾਨੂੰ ਸਿੱਧ ਹੋ ਰਿਹਾ ਵੀ ਕੌਣ ਜਿੱਤਿਆ ਤੇ ਕੌਣ ਹਾਰਿਆ, ਕਿਉਂਕਿ ਇਤਿਹਾਸ ਗਵਾਹ ਹੈ, ਇਹ ਪ੍ਰਮਾਣ ਸਾਰੇ ਇਤਿਹਾਸ ਦੇ ਨੇ। ਸੋ ਕਹਿ ਰਿਹਾ, ਅਪਰ ਦੇਨ ਕੀ ਕਹਾਂ ਕਹਾਣੀ। ਮੌਲਾਨਾ ਜੀ ਕਹਿ ਰਹੇ ਸਨ ਵੀ ਜਦੋਂ ਇੱਕ ਬਾਦਸ਼ਾਹ ਆਪਣੀ ਪੁੱਤਰੀ ਦਾ ਰਿਸ਼ਤਾ ਤੁਹਾਡੇ ਨਾਲ ਕਰਨ ਲਈ ਮਹਾਰਾਜ ਰਾਜੀ ਹੈ, ਫਿਰ ਬਾਕੀ ਰਾਜ ਸਾਜ, ਬਾਕੀ ਧਨ ਆਦਿਕ, ਬਾਕੀ ਗੱਲਾਂ ਤੇ ਬਹੁਤ ਛੋਟੀਆਂ ਰਹਿ ਜਾਂਦੀਆਂ ਨੇ, ਕਿਉਂਕਿ ਤੁਹਾਡਾ ਜੇਕਰ ਉਹਨਾਂ ਨਾਲ ਸੰਬੰਧ ਜੁੜਦਾ ਹੈ, ਫਿਰ ਇਹ ਸੰਬੰਧ ਐਸਾ ਹੈ, ਤੁਸੀਂ ਜੋ ਕਹੋਗੇ ਉਹਨਾਂ ਨੂੰ ਕਰਨਾ ਪਵੇਗਾ।
ਇਸ ਲਈ ਬਾਦਸ਼ਾਹ ਜਿਸ ਤਖਤ ਤੇ ਬੈਠਾ ਹੈ ਉਹ ਸਭ ਕੁਝ ਤੁਹਾਡੇ ਸਪੁਰਦ ਕਰ ਰਿਹਾ ਹੈ, ਬਸ ਆਪ ਕੇਵਲ ਉਹਨਾਂ ਦੀ ਬਾਤ ਮੰਨ ਜਾਓ ਜੀ। ਭਲੋ ਆਪਨੋ ਕਿਉ ਨਾ ਵਿਚਾਰੋ। ਤੇ ਆਏ ਹੋਏ ਐਲਕਾਰ ਕਹਿ ਰਹੇ ਸਨ ਇਹਦੇ ਵਿੱਚ ਤੁਹਾਡਾ ਬਹੁਤ ਭਲਾ ਹੈ ਗੁਰੂ ਤੇਗ ਬਹਾਦਰ ਮਹਾਰਾਜ। ਹਾਲਾਂਕਿ ਭਲਾ ਕਿਹਦੇ ਵਿੱਚ ਹੈ ਮਹਾਰਾਜ ਜਾਣਦੇ ਨੇ, ਕਿਉਂਕਿ ਮਹਾਰਾਜ ਨਿੱਜੀ ਭਲੇ ਲਈ ਤੇ ਸਭ ਕੁਝ ਕਰ ਨਹੀਂ ਰਹੇ, ਮਹਾਰਾਜ ਤੇ ਸਮੁੱਚੀ ਖਲਕਤ ਦਾ ਭਲਾ ਕਰ ਰਹੇ ਨੇ, ਸਮੁੱਚੇ ਸੰਸਾਰ ਦੇ ਭਲੇ ਦੇ ਲਈ ਇਹ ਧਰਮ ਯੁੱਧ ਕਰ ਰਹੇ ਨੇ, ਧਰਮ ਹਿਤ ਸੀਸ ਦੇਣਾ। ਸੋ ਐਲਕਾਰ ਕਹਿ ਰਹੇ ਸਨ ਵੀ ਇਹਦੇ ਵਿੱਚ ਆਪ ਜੀ ਦਾ ਬੜਾ ਭਲਾ ਹੈ, ਬਹੁਤ ਰਾਜ ਸੁਖ ਮਿਲਣਗੇ, ਪਰੰਤੂ ਤੁਸੀਂ ਇਸ ਅਵਸਰ ਨੂੰ ਵਿਚਾਰ ਨਹੀਂ ਰਹੇ, ਤੁਸੀਂ ਬੇਅਰਥ ਹੱਠ ਕਰ ਰਹੇ ਹੋ। ਤੁਸੀਂ ਆਪਣਾ ਭਲਾ ਵਿਚਾਰੋ ਤੇ ਬਾਦਸ਼ਾਹ ਨਾਲ ਹੱਥ ਮਿਲਾਓ ਤਾਂ ਜੋ ਇਹ ਕਾਰਜ ਸੌਖਾ ਹੋ ਜਾਏ। ਇਹਾਂ ਐਸ ਮਰ ਪਿਸਤ ਸਿਧਾਰੋ। ਕਿਉਂਕਿ ਇੱਥੇ ਐਸ਼ ਹੈ, ਬਾਦਸ਼ਾਹੀ ਮਿਲ ਜਾਏਗੀ। ਮਰ ਪਿਸਤ, ਪਿਸਤੇ ਮਤਲਬ ਵੀ ਜੇਕਰ ਬਾਦਸ਼ਾਹਵਾਤ ਦੀਨ ਵਿੱਚ ਆਉਂਦੇ ਹੋ, ਇਸਲਾਮ ਦਾ ਪ੍ਰਚਾਰ ਕਰਦੇ ਹੋ, ਤੇ ਫਿਰ ਮਰਨੋਂ ਉਪਰੰਤ ਆਨੰਦ ਅਗਲੇ ਦੇਸ਼ ਦਾ ਭਾਵ ਦਰਗਾਹ ਦਾ ਸੁੱਖ ਹੈ। ਕਿਉਂਕਿ ਇਸਲਾਮ ਵਿੱਚ ਦੋ ਤਰ੍ਹਾਂ ਦੀ ਗੱਲ ਹੈ, ਇੱਕ ਪਿਸਤ ਤੇ ਇੱਕ ਦੋਜ਼ਕ। ਦੋਜ਼ਕ ਨਰਕ ਦੀ ਅੱਗ ਤੇ ਪਿਸਤ ਸਵਰਗ ਦਾ ਸੁੱਖ। ਸੋ ਕਹਿ ਰਹੇ ਸਨ ਵੀ ਜੇਕਰ ਤੁਸੀਂ ਦੀਨੇ ਇਸਲਾਮ ਦਾ ਪ੍ਰਚਾਰ ਕਰਦੇ ਹੋ, ਆਗੂ ਬਣ ਜਾਂਦੇ ਹੋ, ਤੇ ਮਰਨੋਂ ਉਪਰੰਤ ਸਵਰਗ ਦਾ ਸੁੱਖ। ਹਾਲਾਂਕਿ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਜੀਵਨ ਦੀ ਬਾਤ ਕਰੀਏ ਨਾ, ਉਹਨਾਂ ਦਾ ਇਸ ਨਰਕ ਸਵਰਗ ਨਾਲ ਕੋਈ ਸੁਮੇਲ ਨਹੀਂ ਜੇ ਗੁਰਮੁਖੋ। ਕਿਉਂਕਿ ਗੁਰਬਾਣੀ ਸਾਨੂੰ ਦੱਸਦੀ ਹੈ ਜਿਹੜਾ ਆਤਮ ਰਸੀਆ ਪੁਰਖ ਹੈ, ਜਿਹਦੇ ਕੋਲ ਨਾਮ ਬਾਣੀ ਦੀ ਬਰਕਤ ਹੈ, ਉਹਨਾਂ ਨੂੰ ਇਹ ਨਰਕ ਸਵਰਗ ਦੀ ਕਤਈ ਲੋੜ ਨਹੀਂ ਪੈਂਦੀ, ਉਹ ਸਿੱਧੇ ਸੱਚਖੰਡ ਵਿੱਚ ਵਿਰਾਜਿਆ ਕਰਦੇ ਨੇ। ਗੁਰਬਾਣੀ ਦਾ ਕਥਨ ਹੈ, ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਦਉ ਰਾਧੇ। ਸੰਤਾਂ ਨੇ ਕੀਤਾ ਕਿ ਨਰਕ ਵੀ ਪਿੱਛੇ ਸੁੱਟ ਦਿੱਤਾ, ਸਵਰਗ ਦੀ ਵੀ ਗੱਲ ਮੁਕਾ ਦਿੱਤੀ। ਉਹ ਇਤਨੀ ਬੰਦਗੀ ਦੇ ਵਿੱਚ ਹਨ ਕਿ ਨਾ ਤਾਂ ਉਹ ਸਵਰਗ ਦੀ ਇੱਛਾ ਰੱਖਦੇ ਨੇ ਤੇ ਨਾ ਉਹਨਾਂ ਨੂੰ ਕੋਈ ਨਰਕਾਂ ਦਾ ਭੈ ਹੁੰਦਾ ਹੈ। ਹਮ ਕਾਹੂ ਕਿ ਕਾਨ ਨ ਕੱਢਤੇ ਆਪਣੇ ਗੁਰ ਪ੍ਰਸਾਦੇ। ਗੁਰੂ ਦੀ ਕਿਰਪਾ ਦੇ ਨਾਲ ਉਹ ਐਸੀ ਮੌਜ ਵਿੱਚ ਹਨ ਕਿ ਉਹ ਜਦੋਂ ਵੀ ਸਰੀਰ ਚੋਂ ਨਿਕਲਦੇ ਹਨ, ਸਿੱਧੇ ਸੱਚਖੰਡ ਪਰਿਪੂਰਨ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਨੇ, ਵਿਰਾਜਦੇ ਨੇ। ਸੋ ਬਾਦਸ਼ਾਹ ਜਿਹੜਾ ਹੈ ਆਪਣੇ ਢੰਗ ਨਾਲ ਪੇਸ਼ਕਸ਼ ਕਰ ਰਿਹਾ ਹੈ। ਉਹਦੇ ਆਏ ਹੋਏ ਐਲਕਾਰ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਕਹਿ ਰਹੇ ਸਨ ਕਿ ਜੇਕਰ ਆਪ ਬਾਦਸ਼ਾਹ ਦੀ ਬਾਤ ਮੰਨਦੇ ਹੋ ਨਾ, ਤੇ ਇੱਥੇ ਸੰਸਾਰ ਵਿੱਚ ਐਸ਼ ਮਾਣੋਗੇ, ਤੇ ਸਰੀਰ ਛੁੱਟਣੋਂ ਉਪਰੰਤ ਆਪ ਫਿਰ ਪਿਸਤ ਭਾਵ ਉਸ ਅਗਲੇ ਸੰਸਾਰ ਦੇ ਜਿਹੜੇ ਸੁੱਖ ਹਨ ਇਸਲਾਮੀ ਸਰਾ ਮੁਤਾਬਕ ਜੋ ਮਿਲਦੇ ਹਨ, ਉਹ ਮਿਲਣਗੇ ਜੀ। ਜੋ ਦਾਨੇ ਨਾ ਤਿਆਗਨ ਕਰੈ। ਜੋ ਦਾਨਾ, ਜੋ ਜਿਹੜੇ ਸਿਆਣੇ ਨੇ ਨਾ, ਦਾਨਾਏ ਦਾ ਭਾਵ ਇੱਥੇ ਹੈ ਵੀ ਜਿਹੜੇ ਅਕਲਮੰਦ ਹੁੰਦੇ ਨੇ, ਸਿਆਣੇ ਮਨੁੱਖ। ਦਾਨੇ ਸ਼ਬਦ ਆਪਾਂ ਵਰਤਦੇ ਹਾਂ, ਪੁਰਾਣੇ ਸਮੇਂ ਦੇ ਵਿੱਚ ਇਹ ਸ਼ਬਦ ਬਹੁਤ ਵਰਤਿਆ ਜਾਂਦਾ ਸੀ। ਬਜ਼ੁਰਗ ਮਨੁੱਖ, ਦੀਰਘ ਸੋਚ ਵਾਲਾ, ਆਪਾਂ ਕਹਿ ਦਿੰਦੇ ਸੀ ਦਾਨਾ ਮਨੁੱਖ ਹੈ। ਜਿਹੜੇ ਦਾਨੇ ਮਨੁੱਖ ਨੇ ਉਹ ਕਦੇ ਵੀ ਇਹ ਚੀਜ਼ਾਂ ਨੂੰ ਛੱਡਦੇ ਨਹੀਂ ਨੇ, ਸਿਆਣੇ ਮਨੁੱਖ। ਹਾਲਾਂਕਿ ਜੇ ਅਸੀਂ ਬਾਤ ਕਰਾਂਗੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਤੋਂ ਵੱਡਾ ਕੌਣ ਸਿਆਣਾ ਹੋ ਸਕਦਾ। ਸੋ ਉਹ ਆਪਣੇ ਢੰਗ ਨਾਲ ਬਾਤ ਕਰ ਰਹੇ ਨੇ ਤੇ ਮਹਾਰਾਜ ਅਜੇ ਕੇਵਲ ਉਹਨਾਂ ਦੀ ਬਾਤ ਸੁਣ ਰਹੇ ਸਨ। ਕਹੋ ਸਾਕੋ ਸਿਰ ਪਰ ਤਰੈ। ਜੋ ਬਾਦਸ਼ਾਹ ਔਰੰਗਜ਼ੇਬ ਨੇ ਕਿਹਾ ਹੈ ਉਸ ਨੂੰ ਤੁਸੀਂ ਸਿਰ ਮੱਥੇ ਮੰਨ ਲਓ ਜੀ। ਨਾਹਤ ਹਜ਼ਰਤ ਕੇ ਚਿਤ ਰੋਸ। ਨਹੀਂ ਤਾਂ ਫਿਰ ਹੁਣ ਸਮੇਂ ਦੇ ਹੁਕਮਰਾਨ ਬਾਦਸ਼ਾਹ ਦੇ ਚਿੱਤ ਵਿੱਚ ਤੁਹਾਡੇ ਪ੍ਰਥਾਏ ਬਹੁਤ ਰੋਸ਼ ਹੈ ਜੀ। ਦੇ ਮਰਵਾਏ ਨਾ ਜਾਣੈ ਦੋਸ। ਉਹ ਬਾਦਸ਼ਾਹ ਹੈ, ਜੇਕਰ ਉਹਨੇ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਤੇ ਕੋਈ ਦੋਸ਼ ਨਹੀਂ ਹੈ। ਦੋਸ਼ ਤੋਂ ਭਾਵ ਬਾਦਸ਼ਾਹ ਲੋਕ ਜਦੋਂ ਐਸੇ ਕੰਮ ਕਰਦੇ ਨੇ ਉਹਨਾਂ ਨੂੰ ਸਜ਼ਾ ਕੌਣ ਦੇਣ ਵਾਲਾ ਹੈ? ਆਮ ਲੋਕ ਕਰੇ। ਕੋਈ ਆਮ ਮਨੁੱਖ ਕਿਸੇ ਨੂੰ ਸਜ਼ਾਏ ਮੌਤ ਦੇਵੇ ਤੇ ਅਸੀਂ ਕਹਿੰਦੇ ਹਾਂ ਜੀ ਹੁਣ ਇਹਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ, ਜੇਲ੍ਹ ਹੋਣੀ ਚਾਹੀਦੀ ਹੈ, ਇਹਦੇ ਤੇ ਵੀ ਧਾਰਾ ਲੱਗਣੀ ਚਾਹੀਦੀ ਹੈ, ਇਸ ਨੇ ਗਲਤ ਕਰਮ ਕੀਤਾ। ਲੇਕਿਨ ਬਾਦਸ਼ਾਹ ਲੋਕ ਕਤਲ ਕਰਨ ਦੇ ਲਈ ਜਦੋਂ ਹੁਕਮ ਕੱਢ ਦਿੰਦੇ ਸਨ, ਫਿਰ ਉਹਨਾਂ ਤੇ ਕਿਹੜੀ ਧਾਰਾ ਲੱਗਦੀ ਸੀ? ਗੁਰਮੁਖੋ ਕੌਣ ਦੋਸ਼ ਕੱਢਦਾ ਸੀ ਉਹਨਾਂ ਦਾ? ਕਿਸੇ ਕੋਲ ਸਮਰੱਥਾ ਹੀ ਨਹੀਂ ਹੈ। ਉਹ ਇਤਨੀ ਵੱਡੀ ਪਦਵੀ ਤੇ ਇੰਨੀ ਵੱਡੀ ਤਾਕਤ ਦਾ ਮਾਲਕ ਹੈ ਕਿ ਉਹਨੂੰ ਕੋਈ ਦੋਸ਼ ਨਹੀਂ ਹੈ। ਇਸ ਲਈ ਇਸ ਵਿਦ ਇਹ ਮੁਲਾਣੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਾਥ ਵਾਰਤਾਲਾਪ ਕਰ ਰਹੇ ਹਨ ਕਿ ਔਰੰਗਜ਼ੇਬ ਨੂੰ ਕੋਈ ਦੋਸ਼ ਨਹੀਂ ਹੈ, ਉਹਨਾਂ ਨੇ ਤੁਹਾਡੇ ਕਤਲ ਦਾ ਹੁਕਮ ਕੱਢ ਦੇਣਾ ਹੈ ਜੀ। ਤੀਨ ਬਾਤ ਨਿਰਣੈ ਕਰ ਲੀਜੈ। ਤਿੰਨ ਗੱਲਾਂ ਨੇ ਜਿਹੜੀਆਂ ਇਸ ਵਕਤ ਬਾਦਸ਼ਾਹ ਨੇ ਸਾਨੂੰ ਕਹਿ ਕੇ ਭੇਜੀਆਂ ਨੇ ਤੇ ਆਪ ਜੀਆਂ ਨੂੰ ਅਸੀਂ ਸਮਝਾਉਣ ਆਏ ਹਾਂ। ਤਿੰਨ ਬਾਤਾਂ ਕਿਹੜੀਆਂ ਹਨ ਉਹਨਾਂ ਦਾ ਵਿਸਥਾਰ ਕਰਦੇ ਹਨ। ਲਖੋ ਭਲੀ ਜੋ ਤਾਰਨ ਕੀਜੈ। ਤੇ ਤਿੰਨਾਂ ਵਿੱਚੋਂ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ ਉਹ ਆਪਣੇ ਮੁਖ ਤੋਂ ਦੱਸ ਦੇਵੋ ਵੀ ਅਸੀਂ ਆਸ ਪ੍ਰਵਾਨ ਕਰਦੇ ਹਾਂ। ਉਸ ਤੋਂ ਬਾਅਦ ਫਿਰ ਜਿਹੜਾ ਫੈਸਲਾ ਹੈ ਉਹ ਬਾਦਸ਼ਾਹ ਔਰੰਗਜ਼ੇਬ ਕਰੇਗਾ। ਹੁਣ ਤਿੰਨ ਬਾਤਾਂ ਕਿਹੜੀਆਂ ਹਨ? ਸਰਾ ਚਲੋ
ਕਲਮੇ ਕੋ ਪੜੁ ਮੁਖ। ਜਾਂ ਤੇ ਸ਼ਰ੍ਹਾ ਨੂੰ ਪ੍ਰਵਾਨ ਕਰ ਲਓ, ਇੱਕ ਵਾਰ ਬਾਦਸ਼ਾਹ ਦੇ ਸਾਹਮਣੇ ਜਾ ਕੇ ਬੁਲੰਦ ਆਵਾਜ਼ ਸਮੁੱਚੀ ਖਲਕਤ ਦੇ ਸਾਹਮਣੇ ਆ ਕੇ ਕਲਮਾ ਪੜ੍ਹ ਦਿਓ, ਦੀਨ ਇਸਲਾਮ ਅੰਦਰ ਆ ਜਾਓ ਜੀ। ਦੇਹੋ ਸਾਪੋ ਗੋ ਸਭ ਬਿਜ ਸੁਖ। ਜੋ ਸੁਖ ਦੀ ਬਾਤ ਬਾਦਸ਼ਾਹ ਕਰ ਰਿਹਾ ਹੈ ਉਹ ਸਭ ਤੁਸੀਂ ਭੋਗਣਾ ਕਰੋ ਜੀ। ਜੇ ਹਠ ਕਰੋ ਨਾ ਮਾਨੋ ਇਹੋ। ਦੂਸਰੀ ਬਾਤ, ਜੇਕਰ ਆਪ ਹੱਠ ਕਰਕੇ ਸ਼ਰ੍ਹਾ ਦੇ ਪ੍ਰਵਾਨ ਨਹੀਂ ਕਰਦੇ, ਕਲਮਾ ਨਹੀਂ ਪੜ੍ਹਦੇ, ਤੇ ਫਿਰ ਦੂਸਰੀ ਬਾਤ ਇਹ ਹੈ ਜੀ, ਕਰਾਮਾਤ ਕਾ ਮਲ ਹੋਏ ਦੇਹੋ। ਜਾਂ ਫਿਰ ਬਾਦਸ਼ਾਹ ਦੇ ਸਾਹਮਣੇ ਕਾਮਲ ਹੋ ਕਰਕੇ ਆਪਣੀ ਕਰਾਮਾਤ ਅਜ਼ਮਤ ਦਿਖਾਓ ਜੀ। ਜਿਮ ਹਜਰਤ ਤੁਮ ਤੇ ਕਰਵਾਵੈ। ਜੋ ਕੁਝ ਕਰਾਮਾਤ ਬਾਦਸ਼ਾਹ ਤੁਹਾਡੇ ਤੋਂ ਕਰਵਾਉਣਾ ਚਾਹੁੰਦਾ ਹੈ ਉਹਦੇ ਸਨਮੁਖ ਹਾਜ਼ਰ ਹੋ ਕਰਕੇ ਕਰਾਮਾਤ ਪ੍ਰਗਟ ਕਰੋ। ਤਿਮ ਕਰ ਦੇਹੋ ਦੇਖ ਹਰ ਖਾਵੈ। ਉਹ ਕੁਝ ਕਰਕੇ ਵਿਖਾ ਦੇਵੋ ਜੋ ਬਾਦਸ਼ਾਹ ਚਾਹੁੰਦਾ ਹੈ, ਤੇ ਜਦੋਂ ਬਾਦਸ਼ਾਹ ਕਰਾਮਾਤ ਵੇਖ ਲਵੇਗਾ ਤੁਹਾਡੇ ਤੇ ਪ੍ਰਸੰਨ ਹੋ ਜਾਵੇਗਾ। ਤੇ ਤੀਸਰੀ ਬਾਤ ਦਾ ਫਿਰ ਇਹੀ ਵਿਖਿਆਨ ਜੋ ਸਾਡੇ ਸਨਮੁਖ ਹੈ। ਤੀਸਰੀ ਗੱਲ ਹੈ, ਜਾਂ ਫਿਰ ਸੀਸ ਕਤਲ ਕਰਵਾਉਣ ਦੇ ਲਈ ਤਿਆਰ ਹੋ ਜਾਓ, ਕਿਉਂਕਿ ਇਸ ਤੋਂ ਅੱਗੇ ਹੋਰ ਕੋਈ ਇਰਾਦਾ ਨਹੀਂ ਹੈ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਜੇ ਤੱਕ ਕੇਵਲ ਇਹਨਾਂ ਦੀ ਬਾਤ ਸੁਣ ਰਹੇ ਸਨ, ਜੋ ਕੁਝ ਇਹ ਆ ਕੇ ਸੁਨੇਹਾ ਦੇ ਰਹੇ ਸਨ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪਾਵਨ ਮੁਖ ਤੋਂ ਅੱਗੋਂ ਜਵਾਬ ਬਖਸ਼ਦੇ ਹਨ, ਉਹ ਸਾਰਾ ਬਿਰਤਾਂਤ ਅੱਗੇ ਸਾਖੀ ਵਿੱਚ ਅੰਕਿਤ ਹੈ। ਯਤਨ ਕਰਾਂਗੇ ਕੱਲ੍ਹ ਦੀਆਂ ਦੀਵਾਨਾਂ ਵਿੱਚ ਵਿਸਤਾਰ ਸਹਿਤ ਸਾਰੀ ਵਾਰਤਾ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਜੀ। ਅੱਜ ਇੱਥੇ ਹੀ ਇਹਨਾਂ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ। ਸਮੇਂ ਹੋ ਚੁੱਕੇ ਨੇ, ਹੁਣ ਗੁਰਬਾਣੀ ਦੇ ਆਪਾਂ ਨੇ ਕੀਰਤਨ ਸਰਵਣ ਕਰਨੇ ਨੇ। ਗੁਰੂ ਇਤਿਹਾਸ ਵਾਚਦੇ ਆ, ਬੇਅੰਤਰਾਂ ਦੀਆਂ ਹੋਈਆਂ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਿਮ ਹਜਰਤ ਤੁਮ ਤੇ ਕਰਵਾਵੈ, ਤਿਮ ਕਰ ਦੇਹੋ ਦੇਖ ਹਰ ਖਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।